ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖਾ ਏਕਸ ਬਿਨ ਕੋਇ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਲੇਪ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਰ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਚਵਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੇ ਪਾਵਨ ਹਜ਼ੂਰ ਵਿਖੇ ਨਿਤ ਦੀ ਤਰ੍ਹਾਂ ਭਾਈ ਨੰਦ ਲਾਲ ਜੀ ਗੁਰਮਤਿ ਵਿਦਿਆਲਾ ਸ੍ਰੀ ਸਰਬਲੋ ਬੁੰਗਾ ਨੰਗਲੀ ਵਿਖੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਸ਼ਾਮ ਦੇ ਦੀਵਾਨਾਂ ਅੰਦਰ ਸ੍ਰੀ ਸੁਖਮਨੀ ਸਾਹਿਬ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਜੋ ਗੁਰੂ ਖਾਲਸਾ ਜੀ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਹੋਈ ਹੈ। ਆਪ ਜੀ ਨੇ ਪਿੱਛੇ 7 ਸ਼ਲੋਕ ਅਸ਼ਟਪਦੀਆਂ ਸਰਵਨ ਕੀਤੇ ਨੇ। ਅੱਗੇ 8ਵਾਂ ਸ਼ਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜੋ ਬ੍ਰਹਮ ਗਿਆਨੀ ਦੇ ਲੱਛਣ ਨੇ, ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਖਾਲਸਾ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਖਸ਼ਿਸ਼ ਕਰਦੇ ਪਏ। ਬ੍ਰਹਮ ਗਿਆਨੀ ਦਾ ਜੀਵਨ ਕੈਸਾ ਹੈ? ਐਸਾ ਸੁਭਾਅ ਗਰੀਬ ਨਵਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਉਪਦੇਸ਼ ਰੂਪ ਬਖਸ਼ਿਸ਼ ਕਰਦੇ ਪਏ ਨੇ। ਆਓ ਸੁਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਪਵਿੱਤਰ ਚਰਨਾਂ ਦਾ ਧਿਆਨ ਲਾਈਏ। ਆਪ ਜੀ ਆਸੀਸ ਬਖਸ਼ੋ, ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ਼ਟਪਦੀ।
ਬ੍ਰਹਮ ਗਿਆਨੀ ਸਦਾ ਨਿਰਲੇਪ। ਅੱਠਵੀਂ ਅਸ਼ਟਪਦੀ ਗੁਰੂ ਖਾਲਸਾ ਜੀ ਪ੍ਰਾਰੰਭ ਹੋ ਰਹੀ ਹੈ। ਅਸ਼ਟਪਦੀ ਤੋਂ ਭਾਵ ਹੈ, ਅਸ਼ਟ ਤੋਂ ਭਾਵ ਹੈ ਅੱਠ, ਤੇ ਪਦੀ ਤੋਂ ਭਾਵ ਹੈ ਪਦੇ। ਇੱਥੇ 8 ਪਦਿਆਂ ਵਾਲੀ ਜਿਹੜੀ ਅਸ਼ਟਪਦੀ ਆ ਉਹ ਪ੍ਰਾਰੰਭ ਹੋਈ ਹੈ। ਆਪ ਜੀ ਦੇ ਗਿਆਤ ਵਾਸਤੇ ਟੂਕ ਮਾਤਰ ਧਿਆਨ ਵਿੱਚ ਬੇਨਤੀ ਕਰਦਿਆਂ, ਗੁਰਬਾਣੀ ਦੇ ਵਿੱਚ ਇੱਕ ਪਦਾ, ਦੋ ਪਦੇ, ਤੇ ਪਦੇ, ਚਾਉ ਪਦੇ, ਪੰਜ ਪਦੇ, ਇਸੇ ਤਰੀਕੇ ਨਾਲ ਗੁਰੂ ਖਾਲਸਾ ਜੀਓ ਇੱਕ ਤੁਕਾ, ਦੋ ਤੁਕੇ, ਤੇ ਤੁਕੇ, ਚਾਉ ਤੁਕੇ, ਇਸੇ ਤਰੀਕੇ ਦੇ ਨਾਲ ਆਪ ਜੀ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੋ। ਜਪਜੀ, ਜਾਪ, ਸਵਈਏ, ਉਹਦੇ ਤੋਂ ਬਾਅਦ ਹੈ ਚਾਉ ਪਾਈ, ਜਿਹਦੇ 4 ਚਰਨ ਨੇ। 4 ਪੰਕਤੀਆਂ ਤੋਂ ਬਾਅਦ ਇੱਕ ਆਉਂਦਾ ਹੈ। ਇਵੇਂ ਗੁਰੂ ਖਾਲਸਾ ਜੀ ਜਿੱਥੇ ਚਾਉ ਤੁਕੇ ਹੋਣ ਉੱਥੇ 4 ਪੰਕਤੀਆਂ ਤੋਂ ਬਾਅਦ ਇੱਕ ਆਉਂਦਾ ਹੈ। ਜਿੱਥੇ 2 ਤੁਕੇ ਹੋਣ ਉੱਥੇ 2 ਪੰਕਤੀਆਂ ਤੋਂ ਬਾਅਦ ਇੱਕ ਅੰਕ ਆਉਂਦਾ ਹੈ। ਇੱਥੇ ਗੁਰੂ ਖਾਲਸਾ ਜੀ ਅਸ਼ਟਪਦੀ ਹੈ। ਇਹਦੇ ਤੋਂ ਅੱਗੇ ਵੀ ਗਿਣਤੀ ਆ ਜਾਂਦੀ ਹੈ, ਜਿਵੇਂ ਮਾਰੂ ਸੋਲਹੇ, ਉੱਥੇ 16 ਪਦਿਆਂ ਦੀ ਗਿਣਤੀ ਆਉਂਦੀ ਹੈ। 16 ਅੰਕਾਂ ਤੇ ਜਾ ਕੇ ਸ਼ਬਦ ਅਸ਼ਟਪਦੀਆਂ ਸੰਪੂਰਨ ਹੁੰਦੇ ਨੇ। ਇਵੇਂ ਇੱਥੇ ਅਸ਼ਟਪਦੀ ਹੈ। ਸੁਖਮਨੀ ਸਾਹਿਬ ਜੀ ਦੀ ਆਰੰਭਤਾ ਪਹਿਲਾਂ ਸ਼ਲੋਕ ਤੋਂ ਹੁੰਦੀ ਹੈ। 262 ਅੰਗ ਤੋਂ ਲੈ ਕੇ ਤੇ 296 ਅੰਗ ਦੇ ਦਰਮਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਤੇ ਇਹ ਪਵਿੱਤਰ ਬਾਣੀ ਸ਼ੁਭਾਇਮਾਨ ਹੈ। ਪਹਿਲਾ ਸ਼ਲੋਕ ਆਉਂਦਾ ਹੈ, ਫਿਰ ਗੁਰੂ ਖਾਲਸਾ ਜੀ ਅਸ਼ਟਪਦੀ ਆਉਂਦੀ ਹੈ। ਇੱਕ ਪਦੇ ਦੀਆਂ 10 ਪੰਕਤੀਆਂ ਨੇ। ਇੱਥੇ ਅਸ਼ਟਪਦੀ ਤੋਂ ਭਾਵ 8 ਪਦੇ, 10 ਪੰਕਤੀਆਂ ਆਉਣਗੀਆਂ ਤੇ ਇੱਕ ਪਦਾ ਸੰਪੂਰਨ ਹੋਵੇਗਾ। ਫਿਰ 10 ਆਉਣਗੀਆਂ ਤੇ 2 ਸੰਪੂਰਨ ਹੋਣਗੇ। ਇਵੇਂ ਜਦੋਂ 8 ਸੰਪੂਰਨ ਹੋ ਜਾਣ ਤੇ ਸੰਪੂਰਨ ਅਸ਼ਟਪਦੀ ਹੋ ਜਾਂਦੀ ਹੈ। ਇਸ ਵਾਸਤੇ ਇੱਥੇ ਸਰਲੇਖ ਹੈ ਅਸ਼ਟਪਦੀ। ਇੱਕ ਪਦੇ ਦੀਆਂ 10 ਪੰਕਤੀਆਂ ਨੇ। ਅੱਛਾ, ਜਿੱਥੇ ਪਦੇ ਆਉਣ ਉੱਥੇ ਪੰਕਤੀਆਂ ਤੋਂ ਬਾਅਦ ਦੀ ਗੱਲ ਹੈ। ਜਿੱਥੇ ਤੁਕਾਂ ਆਉਣ ਉੱਥੇ ਤੁਕਾਂ ਤੇ ਅੰਕ ਆਉਂਦਾ ਹੈ। ਜੇ 2 ਤੁਕਾਂ ਹੈ ਤੇ 2 ਤੁਕਾਂ ਤੋਂ ਬਾਅਦ ਅੰਕ ਆ ਜਾਣਾ ਹੈ। ਜੇ ਚਾਉ ਤੁਕੇ ਨੇ ਤੇ 4 ਤੁਕਾਂ ਤੇ ਅੰਕ ਆਏਗਾ। ਇਵੇਂ ਇੱਥੇ ਅਸ਼ਟਪਦੀ ਹੈ। ਗੁਰੂ ਖਾਲਸਾ ਜੀ ਇੱਥੇ ਸੰਪੂਰਨ ਪਦੇ ਤੇ ਅੰਕ ਆਉਂਦਾ ਹੈ। ਜਿੱਥੇ 8 ਹੋ ਜਾਂਦੇ ਨੇ ਉੱਥੇ ਸੰਪੂਰਨ ਹੋ ਜਾਂਦੀ ਹੈ। ਸੋ ਰਹੋ ਵਿਚਾਰ। ਅਸ਼ਟਪਦੀ ਤੋਂ ਭਾਵ ਹੈ 8 ਪਦੇ, ਜਿਵੇਂ ਅਸ਼ਟਭੁਜਾ ਹੁੰਦੀ ਹੈ। ਅੱਗੇ ਸਤਿਗੁਰੂ ਜੀ ਬ੍ਰਹਮ ਗਿਆਨੀ ਦੇ ਪ੍ਰਥਾਏ ਜ਼ਿਕਰ ਕਰਦੇ ਨੇ। ਗੁਰੂ ਖਾਲਸਾ ਜੀ ਕੋਈ ਬਹੁਤੇ ਵਿਦਵਾਨ ਤੇ ਨਹੀਂ, ਪਰ ਫੇਰ ਵੀ ਥੋੜਾ ਜਿਹਾ ਗਿਆਤ ਕਰੋ। ਬਹੁਤੇ ਬ੍ਰਹਮ ਗਿਆਨੀ ਪੜ੍ਹੀ ਜਾਂਦੇ ਨੇ। ਇੱਥੇ ਹਾਹਾ ਵੀ ਵਿੱਚ ਲੱਗਾ ਹੋਇਆ ਹੈ, ਬ੍ਰਹਮ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਬਖਸ਼ਿਸ਼ ਕਰਦੇ ਪਏ ਨੇ। ਬ੍ਰਹਮ ਗਿਆਨੀ ਸਦਾ ਨਿਰਲੇਪ। ਜਿਹੜਾ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਹੁੰਦਾ ਹੈ ਨਾ, ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਏ, ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜਿਹਦੀ ਅਭੇਦਤਾ ਹੋ ਜਾਏ, ਉਹ ਫਿਰ ਗੁਰੂ ਖਾਲਸਾ ਜੀ ਹਮੇਸ਼ਾ ਹੀ ਨਿਰਲੇਪ ਰਹਿੰਦਾ ਹੈ। ਨਿਰਲੇਪ ਸੁਭਾਅ ਚਾਹੀਦਾ ਏ, ਪਰ ਬਣਿਆ ਨਹੀਂ ਜਾਂਦਾ, ਰੱਖਿਆ ਨਹੀਂ ਜਾਂਦਾ, ਰਿਹਾ ਨਹੀਂ ਜਾਂਦਾ। ਨਿਰਲੇਪ ਸੁਭਾਅ ਹੋਣਾ ਕੋਈ ਮਾੜੀ ਗੱਲ ਨਹੀਂ। ਦੁੱਖ ਸੁੱਖ ਦੇ ਵਿੱਚ ਇੱਕ ਸਮਾਨ ਰਹਿਣਾ, ਉਪਰਾਮ ਹੋ ਜਾਣਾ। ਪਰ ਸਾਹਿਬ ਜੀ ਕਹਿੰਦੇ ਜਿਹੜਾ ਆਮ ਜੀਵ ਆ ਉਹ ਇਸ ਕਲਾਵੇ ਵਿੱਚ ਵਲਿਆ ਜਾਂਦਾ ਹੈ। ਜੋ ਬ੍ਰਹਮ ਗਿਆਨੀ ਦੀ ਅਵਸਥਾ ਦਾ ਮਾਲਕ ਹੈ, ਉਹ ਗੁਰੂ ਖਾਲਸਾ ਜੀ ਹਮੇਸ਼ਾ ਹੀ ਸੰਸਾਰ ਦੇ ਵਿੱਚ ਪਦਾਰਥਾਂ ਤੋਂ, ਮਾਇਆ ਤੋਂ, ਮੋਹ ਮਾਇਆ ਮਮਤਾ ਇਤਿਆਦਿ ਤੋਂ
ਸਦਾ ਕਹੀਏ ਹਮੇਸ਼ਾ ਇਹ ਨਿਰਲੇਪ ਹੈ ਜੀ। ਜੈਸੀ ਜਲ ਮਹਿ ਕਮਲ ਅਲੀਪ। ਜਿਵੇਂ ਗੁਰੂ ਖਾਲਸਾ ਜੀ ਜਲ ਕਹੀਏ ਪਾਣੀ, ਪਾਣੀ ਦੇ ਵਿੱਚ ਕਮਲ ਦਾ ਫੁੱਲ ਜਿਹੜਾ ਹੈ ਅਲੇਪ ਰਹਿੰਦਾ ਹੈ, ਆਪਣੇ ਆਪ ਨੂੰ ਲੇਪਨ ਨਹੀਂ ਕਰਨ ਦਿੰਦਾ। ਹੁਣ ਕਈ ਗੁਰੂ ਖਾਲਸਾ ਜੀ ਇਹ ਸੰਸਾਰ ਨੂੰ ਬੜਾ ਮਾੜਾ ਬੋਲਦੇ ਆ। ਜਦੋਂ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲਿਖਣ ਦੀ ਪ੍ਰਾਰੰਭਤਾ ਕੀਤੀ, ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਗੁਰਬਾਣੀ ਲਿਖਾ ਰਹੇ ਸਨ, ਤਾਂ ਗੁਰੂ ਖਾਲਸਾ ਜੀ ਉਸ ਵੇਲੇ ਜ਼ਿਕਰ ਆਉਂਦਾ ਹੈ ਕਿ ਚਾਰ ਜਾਣੇ ਕਾਨਾ, ਪੀਲੂ, ਸ਼ਾਹ ਹੁਸੈਨ, ਛੱਜੂ, ਇਹੋ ਜਿਹੇ ਗੁਰੂ ਖਾਲਸਾ ਜੀ ਆਪਣੀ ਬਾਣੀ ਲਿਖਾਉਣ ਵਾਸਤੇ ਆ ਗਏ, ਆਪਣੀ ਰਚਨਾ ਲੈ ਵੀ ਸਾਡੀ ਵੀ ਬਾਣੀ ਬਰਾਬਰ ਤੇ ਲਿਖੋ। ਇਹਨਾਂ ਦੇ ਵਿੱਚੋਂ ਸੰਸਾਰ ਦੀ ਖੇਡ ਨੂੰ ਵੇਖਦਿਆਂ ਇੱਕ ਨੇ ਆਖਿਆ, ਅਸਹ ਨਾਲੋਂ ਸੇ ਭਲੇ ਜੋ ਜੰਮਦਿਆਂ ਮਰ ਗਏ। ਕਹਿ ਲੱਗਾ ਵੀ ਸਾਡੇ ਨਾਲੋਂ ਉਹ ਚੰਗੇ ਨੇ ਜਿਹੜੇ ਜੰਮਦੇ ਹੀ ਮਰ ਗਏ ਨੇ। ਜੰਮਣਾ ਕੋਈ ਗੁਨਾਹ ਨਹੀਂ ਹੈ। ਇਹ ਦੇਹੀ ਕਉ ਸਿਮਰਾ ਦੇਵ, ਇਹ ਦੇਹੀ ਨੂੰ ਤੇ ਬਾਰ-ਬਾਰ ਲੋਚਿਆ ਜਾ ਰਿਹਾ ਹੈ, ਪਰ ਉਹਦੇ ਮੁਤਾਬਕ ਕਹਿੰਦਾ ਸਾਡੇ ਨਾਲੋਂ ਉਹ ਚੰਗੇ ਨੇ ਜਿਹੜੇ ਜੰਮਦੇ ਹੀ ਮਰ ਗਏ ਨੇ। ਕਿਉਂ? ਕਿਉਂਕਿ ਇਹ ਸੰਸਾਰ ਵਿੱਚ ਜੰਜਾਲ ਨੇ, ਝਗੜੇ ਨੇ, ਈਰਖਾ ਹੈ, ਵੈਰ ਵਿਰੋਧ ਹੈ, ਮੋਹ ਮਾਇਆ, ਮਮਤਾ, ਹੰਕਾ ਮਮਤਾ, ਬੰਧਨ ਨੇ। ਜਿਹੜਾ ਜੰਮਦਾ ਹੀ ਮਰ ਗਿਆ ਉਹਨੂੰ ਤੇ ਬੰਧਨ ਪਏ ਹੀ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਵੀ ਆਖਿਆ ਨਾ, ਦਾਈ ਦੇ ਤਾਈ ਕਹਿਣ ਲੱਗੇ, ਇਹ ਦਾਈਏ ਤੂੰ ਚੰਗਾ ਨਹੀਂ ਕੀਤਾ, ਮੇਰੇ ਜਨਮ ਵੇਲੇ ਮੇਰਾ ਨਲੂਆ ਕਟਿਆ ਏ। ਚੰਗਾ ਤਾਂ ਹੁੰਦਾ ਜੇ ਨਲੂਏ ਦੀ ਥਾਂ ਤੇ ਮੇਰਾ ਗਲਾ ਕੱਟ ਦਿੰਦੇ। ਜੇ ਦੇਹ ਨਾਲਾ ਕਪਿਆ, ਜੇ ਗੱਲ ਕਪਹੇ ਚੁੱਖ, ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁੱਖ। ਕਹਿ ਲਗੇ ਦਾਈਏ ਜਨਮ ਵੇਲੇ ਜੇ ਤੂੰ ਮੇਰਾ ਨਲੂਏ ਦੀ ਥਾਂ ਤੇ ਕਿਤੇ ਗਲਾ ਕੱਟ ਦਿੰਦੀ ਤੇ ਅੱਜ ਮੇਰੀ ਇਹ ਹਾਲ, ਇਹ ਮੇਰੀ ਦਸ਼ਾ ਨਹੀਂ ਸੀ ਹੋਣੀ, ਕੰਮ ਨਿਬੜ ਜਾਣਾ ਸੀ। ਕਿਉਂ ਕਿਹਾ ਜਾ ਰਿਹਾ ਹੈ? ਕਿਉਂਕਿ ਸੰਸਾਰ ਨੂੰ ਮਾੜਾ ਆਖਿਆ ਜਾਂਦਾ ਹੈ। ਬਾਣੀ ਦੇ ਵਿੱਚ ਆਪ ਜੀ ਪੜ੍ਹਦੇ ਹੋ, ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਛੱਪੜ ਗੁਰੂ ਖਾਲਸਾ ਜੀ ਉਹੋ ਹੀ ਹੁੰਦਾ ਹੈ। ਛੱਪੜ ਦੇ ਵਿੱਚ ਉਹ ਜੀਵ ਵੀ ਹੁੰਦੇ ਨੇ ਜਿਹੜੇ ਗੰਦਗੀ ਦੇ ਵਿੱਚ ਗੰਦੇ ਹੀ ਰਹਿੰਦੇ ਨੇ, ਜਿਹੜੇ ਕੀੜੇ ਬਣ ਕੇ ਗੁਰੂ ਖਾਲਸਾ ਜੀ ਕਿਰਮ ਬਣ ਕੇ ਗਾਰ ਦੇ ਵਿੱਚ ਹੀ ਵਿਚਰਦੇ ਨੇ। ਕੁਝ ਆਉਂਦੇ ਨੇ ਪਾਣੀ ਪੀ ਕੇ ਨਿਕਲ ਜਾਂਦੇ ਨੇ। ਇਸੇ ਤਰੀਕੇ ਨਾਲ ਗੁਰੂ ਖਾਲਸਾ ਜੀ ਇੱਕ ਮੁਰਗਾਬੀ ਹੁੰਦੀ ਹੈ, ਜਿਹਨੂੰ ਗੁਰਬਾਣੀ 'ਚ ਮੁਰਗਾਈ ਵੀ ਲਿਖਿਆ ਗਿਆ ਹੈ। ਉਹ ਗੁਰੂ ਖਾਲਸਾ ਜੀ ਪਾਣੀ ਵਿੱਚ ਤੈਰਦੀ ਆ, ਪਰ ਖੰਭ ਜਿਹੜੇ ਨੇ ਉਹਨਾਂ ਦੇ ਨਾਲ ਉਹ ਜਿਹੜਾ ਹੈ ਫਿਰ ਉੱਭਰ ਜਾਂਦੀ ਆ, ਡੁੱਬਦੀ ਨਹੀਂ ਹੈ। ਇੱਕ ਗੁਰੂ ਖਾਲਸਾ ਜੀ ਕਮਲ ਹੁੰਦਾ ਹੈ। ਕਮਲ ਵੀ ਉਸੇ ਗੰਦਗੀ ਦੇ ਵਿੱਚ ਹੀ ਪੈਦਾ ਹੁੰਦਾ ਹੈ, ਉਸੇ ਕਿਨਾਰੇ ਤੇ ਨਿਕਲਦਾ ਹੈ, ਪਰ ਉਹ ਆਪਣੇ ਆਪ ਨੂੰ ਉਸ ਛੱਪੜ ਦੇ ਪਾਣੀ ਦੇ ਨਾਲੋਂ ਉੱਚਾ ਰੱਖ ਲੈਂਦਾ ਹੈ, ਨਿਰਲੇਪ ਰਹਿੰਦਾ ਹੈ, ਅਲੇਪ ਹੋ ਜਾਂਦਾ, ਲੇਪਨ ਨਹੀਂ ਲੱਗਣ ਦਿੰਦਾ। ਔਰ ਬਾਕੀ ਜਿਹੜੇ ਨੇ, ਕੋਈ ਗੰਦਗੀ ਨਾਲ ਗੰਧਾ ਹੋਇਆ, ਕੋਈ ਡੁੱਬ ਰਿਹਾ ਹੈ, ਕੋਈ ਮਰ ਰਿਹਾ, ਕੋਈ ਰੁੜ ਰਿਹਾ। ਕਮਲ ਜਿੰਨਾ ਚਿਰ ਰਹਿੰਦਾ ਗੁਰੂ ਖਾਲਸਾ ਜੀ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਲੇਪਨ ਨਹੀਂ ਹੋਣ ਦਿੰਦਾ ਆਪਣੇ ਆਪ। ਐਸਾ ਸੁਭਾਅ ਬ੍ਰਹਮ ਗਿਆਨੀ ਦਾ ਹੈ। ਉਹ ਗੁਰੂ ਖਾਲਸਾ ਜੀ ਜਿੰਨਾ ਚਿਰ ਸਰੀਰ ਕਰਕੇ ਇਹ ਸੰਸਾਰ ਵਿੱਚ ਵਿਚਰਦੇ ਆ ਨਾ, ਸਰੀਰ ਤੋਂ ਬਾਅਦ ਵੀ ਇੱਥੇ ਹੀ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਜਿੰਨਾ ਚਿਰ ਸਰੀਰ ਕਰਕੇ ਸੰਸਾਰ ਵਿੱਚ ਵਿਚਰਦੇ ਨੇ, ਉਹ ਸਰੀਰ ਕਰਕੇ ਵੀ ਗੁਰੂ ਖਾਲਸਾ ਜੀ ਨਿਰਲੇਪ ਹੀ ਰਹਿੰਦੇ ਨੇ। ਬ੍ਰਹਮ ਗਿਆਨੀ ਕਿਸੇ ਡੇਰੇ ਦਾ ਵੀ ਸੇਵਾਦਾਰ ਮੁਖੀ ਹੋਵੇ, ਉਥੋਂ ਦੇ ਚੇਲੇ ਚਾਚਰੇ ਖਾਈ ਜਾਣ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ
ਦਮਦਮੀ ਟਕਸਾਲ ਦੇ ਮਹਾਂਪੁਰਖ, ਉਹਨਾਂ ਵੇਲੇ ਗੁਰੂ ਖਾਲਸਾ ਜੀ ਸੇਵਾ ਦਾ ਜਥੇ ਵਿੱਚ ਸਿੰਘਾਂ ਦਾ ਬੜਾ ਪ੍ਰੇਮ ਸੀ, ਬਹੁਤ ਇਕੱਤਰਤਾ ਸੀ, ਮੱਝਾਂ ਵੀ ਖੁੱਲੀਆਂ ਸਨ ਔਰ ਅੰਨ ਧਨ ਦੀ ਵੀ ਗੁਰੂ ਖਾਲਸਾ ਜੀ ਕੋਈ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਸੀ, ਕੋਈ ਪਤਾ ਹੀ ਨਹੀਂ ਸੀ ਲੱਗਦਾ, ਅੰਬਾਰ ਲੱਗੇ ਰਹਿੰਦੇ ਸੀ। ਤੇ ਜਿਹੜੇ ਪ੍ਰਬੰਧਕ ਸੀ ਨਾ ਵਿੱਚ ਕੁਝ ਜਿਨ੍ਹਾਂ ਦੀ ਸੁਰਤ ਡੋਲ ਜਾਣੀ, ਮਨ ਬੇਈਮਾਨ ਹੋ ਜਾਣਾ, ਉਹਨਾਂ ਕਈਆਂ ਨੇ ਗੁਰੂ ਖਾਲਸਾ ਜੀ ਜੋ ਦਾਵਣਾ ਘਰ ਨੂੰ ਲੈ ਜਾਣਾ, ਤੇ ਜਿਹਨੇ ਦੂਜੇ ਨੇ ਵੇਖ ਲੈਣਾ ਉਹਨੇ ਆ ਕੇ ਸ਼ਿਕਾਇਤ ਕਰਨੀ ਵੀ ਬਾਬਾ ਜੀ ਫਲਾਨਾ ਆ ਵਸਤੂ ਲੈ ਗਿਆ ਜੀ। ਤੇ ਮਹਾਂਪੁਰਖ ਉਹਨਾਂ ਵਸਤੂਆਂ ਕਰਕੇ ਥੋੜੀ ਇੱਥੇ ਬਣੇ ਸੀ, ਸੇਵਾਦਾਰ ਨੂੰ ਕੀ ਉਹਦੇ ਅਵਸਥਾ ਕਰਕੇ ਬਣੇ ਸੀ। ਉਹਨਾਂ ਕਹਿਣਾ ਵੀ ਕੋਈ ਨਹੀਂ ਲੈ ਗਿਆ, ਜੇ ਤੇਕੋ ਖੜਿਆ ਜਾਂਦਾ ਤੇ ਤੂੰ ਵੀ ਲੈ ਜਾ। ਬਾਣੀ ਵਿੱਚ ਇੱਕ ਸ਼ਬਦ ਆਉਂਦਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਆਪਣਾ ਗੁਰੂ ਖਾਲਸਾ ਜੀ ਆਪਣਾ ਹੀ ਪਾਉਣਾ ਪੈਂਦਾ। ਜਿਹੜਾ ਨਿਰਲੇਪ ਰਹਿੰਦਾ ਉਹ ਨਿਰਲੇਪ ਦਾ ਵਾਜਾ ਵਜਾ ਤੁਰਦਾ ਹੈ, ਜਿਹੜਾ ਲੇਪਨ ਕਰ ਲੈਂਦਾ ਉਹ ਲੇਪਨ ਦਾ ਵਾਜਾ ਲਾ ਤੁਰਦਾ। ਗਿਆਨੀ ਸਦਾ ਨਿਰਲੇਪ ਕਿ ਬ੍ਰਹਮ ਗਿਆਨੀ ਜਿਹੜਾ ਹੈ ਉਹ ਹਮੇਸ਼ਾ, ਉਹਨੂੰ ਗੁਰੂ ਖਾਲਸਾ ਜੀ ਕਿਸੇ ਤਰ੍ਹਾਂ ਦੀ ਕੋਈ ਪਰਵਾਹ। ਜਿਵੇਂ ਕਹਿ ਲੱਗੇ ਪਾਣੀ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ, ਇਵੇਂ ਜਿਹੜੇ ਬ੍ਰਹਮ ਗਿਆਨ ਦੇ ਗਿਆਤਾ ਰੱਬ ਨਾਲ ਕਰਨ ਵਾਲੇ ਬ੍ਰਹਮ ਗਿਆਨੀ ਨੇ, ਉਹ ਵੀ ਗੁਰੂ ਖਾਲਸਾ ਜੀ ਕਮਲ ਦੀ ਨਿਆਈ ਹੋ ਕੇ ਸੰਸਾਰ ਰੂਪੀ ਛਪੜ ਦੇ ਵਿੱਚੋਂ ਜਿਹੜਾ ਹੈ ਅਲੇਪ ਹੀ ਰਹਿੰਦੇ ਹਨ। ਬ੍ਰਹਮ ਗਿਆਨੀ ਸਦਾ ਨਿਰਦੋਖ। ਜੋ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਹੈ ਉਹ ਤੇ ਸਦਾ ਕਹੀਏ ਹਮੇਸ਼ਾ ਹੀ ਨਿਰਦੋਖ ਤੋਂ ਭਾਵ ਹੈ ਦੋਸ਼ ਤੋਂ ਰਹਿਤ ਹੈ, ਕਿਉਂਕਿ ਬ੍ਰਹਮ ਗਿਆਨੀ ਪਰਮੇਸ਼ਰ ਦਾ ਹੀ ਸਰੂਪ ਹੋ ਜਾਂਦਾ ਹੈ। ਉਹਦੇ ਤੇ ਗੁਰੂ ਖਾਲਸਾ ਜੀ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਇੱਕ ਵਿਦਵਾਨ ਬੜਾ ਸੋਹਣਾ ਜ਼ਿਕਰ ਕਰਦੇ ਸੀ, ਕਹਿੰਦੇ ਵੀ ਰੱਬ ਦੇ ਪਿਆਰੇ ਉਹ ਕਦੇ ਸੋਚ ਕੇ ਨਹੀਂ ਬੋਲਦੇ, ਕਿਸੇ ਦੇ ਭਲੇ ਜਾਂ ਬੁਰੇ ਦਾ ਕਦੀ ਨਹੀਂ ਸੋਚਦੇ ਵੀ ਇਹ ਨੇੜੇ ਦਾ ਤੇ ਇਹਦਾ ਚੰਗਾ ਕਰ ਦਈਏ, ਆ ਦੂਰ ਦਾ ਇਹਦਾ ਮਾੜਾ। ਉਹਦੇ ਅਮੋਘ ਬਾਣ ਹੈ, ਜੋ ਵੀ ਚੱਲ ਗਿਆ ਸੋ ਚੱਲ ਗਿਆ। ਇਸ ਵਾਸਤੇ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਨਿਰਦੋਖ ਹੈ। ਬ੍ਰਹਮ ਗਿਆਨੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਦੋਸ਼ ਜਿਹੜਾ ਹੈ ਉਹ ਮੜਿਆ ਹੀ ਨਹੀਂ ਜਾ ਸਕਦਾ, ਭਾਵ ਕਿਸੇ ਵੀ ਰੂਪ ਵਿੱਚ ਉਹਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ, ਭਾਵ ਉਹ ਦੋਸ਼ ਤੋਂ ਰਹਿਤ ਹੈ ਜੀ। ਜੈਸੇ ਸੂਰ ਸਰਬ ਕਉ ਸੋਖ। ਜਿਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਸੂਰ ਕਹੀਏ ਸੂਰਜ ਸਰਬ ਕਉ ਸੋਖ, ਉਹ ਸਾਰਿਆਂ ਨੂੰ ਸੋਖੀ ਜਾਂਦਾ ਹੈ। ਸੂਰਜ ਜਦੋਂ ਉਦੇ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਆਮ ਕਹਿ ਦੇਈਦਾ ਵੀ ਦਿਨ ਚੜ ਰਿਹਾ ਹੈ, ਸੂਰਜ ਨਿਕਲ ਆਇਆ ਹੈ। ਸੂਰਜ ਦੀਆਂ ਕਿਰਨਾਂ ਗੁਰੂ ਖਾਲਸਾ ਜੀ ਗੰਦਗੀ ਤੇ ਵੀ ਉਨੀਆਂ ਪੈਂਦੀਆਂ ਨੇ, ਚਿੱਕੜ ਮਲੀਨਤਾ ਗਾਰ ਦੁਰਗੰਧ ਰੂੜੀ ਤੇ ਵੀ ਉਨੀਆਂ ਪੈਂਦੀਆਂ ਨੇ, ਤੇ ਸੂਰਜ ਦੀਆਂ ਕਿਰਨਾਂ ਗੁਰੂ ਖਾਲਸਾ ਜੀ ਸੁਗੰਧੀ ਦੇ ਉੱਪਰ ਵੀ, ਜਿੱਥੇ ਸੁਗੰਧੀ ਆ ਫੁੱਲਾਂ ਦੀ, ਜਿੱਥੇ ਹੋਰ ਗੁਰੂ ਖਾਲਸਾ ਜੀ ਚੰਗੀ ਸੁਗੰਧ ਆਉਂਦੀ ਆ, ਉੱਥੇ ਵੀ ਉਨੀਆਂ ਪੈਂਦੀਆਂ ਨੇ। ਪਰ ਸੂਰਜ ਦੇ ਉੱਪਰ ਨਾ ਦੁਰਗੰਧੀ ਦਾ ਕੋਈ ਗੁਰੂ ਖਾਲਸਾ ਜੀ ਅਸਰ ਆ ਤੇ ਨਾ ਸੁਗੰਧੀ ਦਾ ਅਸਰ। ਸੂਰਜ ਚੜਿਆ ਏ, ਉਹਨੇ ਹਨੇਰੇ ਵਿੱਚ ਵੀ ਉਹਨੇ ਸਵੇਰਾ ਕੀਤਾ ਤੇ ਸਵੇਰੇ ਵਿੱਚ ਵੀ, ਪਰ ਉਹਦੇ ਤੇ ਹਨੇਰੇ ਸਵੇਰੇ ਦਾ ਕੋਈ ਗੁਰੂ ਖਾਲਸਾ ਜੀ ਅਸਰ ਨਹੀਂ। ਸੂਰਜ ਚੜਿਆ ਏ, ਉਹ ਗੁਰੂ ਖਾਲਸਾ ਜੀ ਚੋਰ ਲਈ ਵੀ ਦਿਨ ਪ੍ਰਕਾਸ਼ ਕਰ ਗਿਆ ਤੇ ਸਾਧ ਲਈ ਵੀ, ਪਰ ਸੂਰਜ ਨੂੰ ਚੋਰ ਸਾਧ ਦਾ ਕੋਈ ਅਸਰ ਨਹੀਂ ਹੁੰਦਾ। ਏਦਾਂ ਗੁਰੂ ਖਾਲਸਾ ਜੀ ਜਿਵੇਂ ਸੂਰਜ ਦੀਆਂ ਕਿਰਨਾਂ ਦੁਰਗੰਧ ਦਾ ਵੀ ਰਸ ਸੋਖ ਲੈਂਦੀਆਂ ਨੇ ਤੇ ਸੁਗੰਧ ਦਾ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ, ਇਵੇਂ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ ਗੁਰੂ ਖਾਲਸਾ ਜੀ, ਉਹ ਦੋਸ਼ਾਂ ਤੋਂ ਰਹਿਤ ਹੁੰਦੇ ਨੇ। ਉਹਨਾਂ ਦੇ ਕੋਲ ਉਹਨਾਂ ਦਾ ਸੁਭਾਅ ਪਰਉਪਕਾਰੀ ਹੁੰਦਾ ਹੈ, ਦਰਵੇਸ਼ੀ ਸੁਭਾਅ ਹੁੰਦਾ ਹੈ। ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਗੁਰੂ ਖਾਲਸਾ ਜੀ ਉਹਦੇ ਹੀ ਪਾਪਾ ਰੂਪੀ ਜਿਹੜੀ ਦੁਰਗੰਧ ਆ ਉਹ ਵੀ ਸੋਖ ਲੈਂਦੇ ਨੇ।
ਉਹਦੇ ਅੰਦਰ ਜੋ ਵਾਸ਼ਨਾ ਹੈ ਸਭ ਨੂੰ ਸੋਖ ਲੈਂਦੇ ਨੇ, ਪਰ ਉਹਨਾਂ ਤੇ ਆਪ ਕੋਈ ਅਸਰ ਨਹੀਂ ਹੁੰਦਾ। ਆਪ ਕੀ ਹੁੰਦਾ ਹੈ, ਕਿਸੇ ਦੇ ਦੁੱਖ ਦੀ ਅਰਦਾਸ ਕਰੀਏ ਤੇ ਆਪਣੇ ਸਰੀਰ ਤੇ ਆ ਜਾਂਦਾ ਹੈ। ਪਰ ਬ੍ਰਹਮ ਗਿਆਨੀ ਜਿਹੜਾ ਹੈ ਉਹ ਦੋਸ਼ ਤੋਂ ਰਹਿਤ ਹੁੰਦਾ ਹੈ। ਉਹ ਗੁਰੂ ਖਾਲਸਾ ਜੀ ਵੀ ਜਿਵੇਂ ਸੂਰਜ ਦੁਰਗੰਧੀ ਸੁਗੰਧੀ ਨੂੰ ਸੋਖ ਲਏ, ਕੋਈ ਅਸਰ ਨਹੀਂ, ਇਵੇਂ ਬ੍ਰਹਮ ਗਿਆਨੀ ਤੇ ਨਿੰਦਿਆ ਉਸਤਤ ਕਲੰਕ ਲਾ ਦਿਓ, ਉਹ ਵੀ ਗੁਰੂ ਖਾਲਸਾ ਜੀ ਦੋਸ਼ ਤੋਂ ਰਹਿਤ ਹੈ, ਉਹਦੇ ਤੇ ਵੀ ਕੋਈ ਅਸਰ ਨਹੀਂ ਹੈ ਜੀ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਹਾਂ, ਜੋ ਬ੍ਰਹਮ ਗਿਆਨੀ ਅਵਸਥਾ ਦਾ ਮਾਲਕ ਹੈ ਉਹਦੀ ਗੁਰੂ ਖਾਲਸਾ ਜੀ ਦ੍ਰਿਸ਼ਟੀ ਜਿਹੜੀ ਆ ਸਮਾਨ ਹੁੰਦੀ ਹੈ। ਅੱਜ ਕੱਲ ਬਹੁਤ ਗੁਰੂ ਖਾਲਸਾ ਜੀ ਇਹੋ ਜਿਹਾ ਕਾਰਜ ਚੱਲਦਾ ਏ, ਜਣਾ ਖਣਾ ਹੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਾਵਦਾ ਏ। ਪਿਛੇ ਜੇ ਵੀ ਆਪਾਂ ਲਾਈਵ ਕਥਾ ਦੇ ਵਿੱਚ ਹੀ ਗੁਰੂ ਖਾਲਸਾ ਜੀ ਵਿਚਾਰ ਸਾਂਝੇ ਕੀਤੇ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ। ਨੂੰ ਅੱਜ ਫੇਰ ਬਚਨ ਯਾਦ ਆ ਗਿਆ। ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਵਾਉਣ ਵਾਲੇ ਤੇ ਬ੍ਰਹਮ ਦੇ ਨੇੜੇ ਵੀ ਨਾ ਜਾਣ ਵਾਲੇ, ਜਿਨ੍ਹਾਂ ਕਦੇ ਗੁਰੂ ਦਾ ਭੈ ਹੀ ਨਹੀਂ ਰੱਖਿਆ, ਪ੍ਰੇਮ ਹੀ ਨਹੀਂ ਕੀਤਾ, ਤੇ ਬਾਹਰ ਸੰਗਤਾਂ ਨੂੰ ਗੁੰਮਰਾਹ ਕਰਦਿਆਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਾਉਂਦੇ ਨੇ, ਉਹਨਾਂ ਦਾ ਜ਼ਿਕਰ ਬਾਣੀ ਵਿੱਚ ਪਤਾ ਕੀ ਹੈ? ਮਹਾਰਾਜ ਤੇ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਮਾਨ ਹੁੰਦੀ ਹੈ। ਤੇ ਬਾਣੀ 'ਚ ਲਿਖਿਆ ਹੈ ਵੀ ਦਰਸ਼ਨ ਦੇਖਿਆ ਦਇਆ ਨਾ ਹੋਏ, ਲਏ ਦਿੱਤੇ ਵਿਣ ਰਹਾ ਨਾ ਕੋਏ। ਜਿਹੜੇ ਅੱਜ ਕੱਲ ਦੇ ਬ੍ਰਹਮ ਗਿਆਨੀ ਨੇ ਨਾ, ਉਹਨਾਂ ਨੂੰ ਕੋਈ ਮੱਥਾ ਖਾਲੀ ਹੱਥ ਟੇਕ ਦਏ ਤੇ ਗੁਰੂ ਖਾਲਸਾ ਜੀ ਮੱਥੇ ਵੱਟ ਪੈ ਜਾਂਦੇ, ਕਚੀਚੀਆਂ ਆਉਂਦੀਆਂ ਨੇ, ਫਿਰ ਮੂੰਹੋਂ ਅਸੀਸ ਨਹੀਂ ਨਿਕਲਦੀ ਵੀ ਤੇਰਾ ਭਲਾ ਹੋਵੇ। ਕਿਉਂ? ਕਿਉਂਕਿ ਚੜਾਵਾ ਨਹੀਂ ਚੜਿਆ। ਤੇ ਜਿਹਨੇ ਗੁਰੂ ਖਾਲਸਾ ਜੀ ਮੋਟੀ ਰਕਮ ਰੱਖ ਕੇ ਮੱਥਾ ਟੇਕਿਆ ਨਾ, ਬ੍ਰਹਮ ਗਿਆਨੀ ਦਾ ਸਾਰਾ ਬ੍ਰਹਮ ਗਿਆਨ ਉਹਦੇ ਤੇ ਹੀ ਗੁਰੂ ਖਾਲਸਾ ਜੀ ਜਿਹੜਾ ਹੈ ਪ੍ਰਸੰਨ ਹੋ ਜਾਂਦਾ। ਬਾਣੀ ਵਿੱਚ ਲਿਖਿਆ ਹੈ ਦਰਸ਼ਨ ਦੇਖਿਆ ਦਇਆ ਨਾ ਹੋਏ, ਲਏ ਦਿੱਤੇ ਵਿਣ ਰਹਾ ਨਾ ਕੋਏ। ਲੈਣ ਦੇਣ ਤੋਂ ਬਿਨਾ ਕੋਈ ਨਹੀਂ ਰਹਿੰਦਾ। ਇਹ ਗੁਰੂ ਖਾਲਸਾ ਜੀ ਵਿਰਲੇ ਬ੍ਰਹਮ ਗਿਆਨੀ ਹੋ ਉਤਰੇ ਨੇ। ਮਹਾਂਪੁਰਖ ਬਾਬਾ ਪਾਲਾ ਸਿੰਘ ਸਾਹਿਬ ਜੀ, ਗਊਆਂ ਵਾਲੇ ਮਹਾਂਪੁਰਖ, ਉਹਨਾਂ ਦੀ ਗੁਰੂ ਖਾਲਸਾ ਦੀ ਬਰਸੀ ਵੀ ਆ ਰਹੀ ਹੈ 11 ਸਤੰਬਰ ਨੂੰ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ, ਉਹਨਾਂ ਦੇ ਅੰਗੀਠਾ ਸਾਹਿਬ ਤੇ। ਉਹ ਐਸੇ ਬ੍ਰਹਮ ਗਿਆਨੀ ਹੋਏ ਨੇ ਜਿਨ੍ਹਾਂ ਸਮਾਨ ਦ੍ਰਿਸ਼ਟੀ ਦੇਖੀ। ਗੁਰੂ ਖਾਲਸਾ ਜੀ ਆਮ ਬੰਦੇ ਦੇ ਕੋਲ ਵੀ ਕਿਸੇ ਲੀਡਰ ਨੇ ਆਉਣਾ ਹੋਵੇ ਨਾ, ਉਹ ਵੀ ਘਰ ਨੂੰ ਸਜਾ ਲੈਂਦਾ, ਥੋੜੀ ਬਹੁਤੀ ਸਫਾਈ ਕਰ ਲੈਂਦਾ। ਚਲੋ ਖਾਸ ਬੰਦਾ ਤੇ 100 ਤਿਆਰੀ ਕਰਦਾ, ਨਾਨਾ ਪ੍ਰਕਾਰ ਦੇ ਪਦਾਰਥ ਲਿਆਉਂਦਾ, ਭਾਵੇਂ ਪਿੰਡ ਦਾ ਸਰਪੰਚ MLA ਆ ਰਿਹਾ ਹੋਵੇ ਨੇੜੇ ਇਲਾਕੇ ਦਾ। ਜੇ ਵੱਡੇ ਨੇ ਆਉਣਾ ਹੋਵੇ ਫਿਰ ਤੇ ਬਾਤ ਹੀ ਵੱਖਰੀ। ਰਾਹ ਸਾਫ਼ ਕਰਦਾ ਇਹ ਹੈ, ਸੁਗੰਧੀਆਂ ਆਦਤ ਛਿੜਕਾ ਕੇ ਰੱਖਦਾ ਹੈ। ਤੇ ਜੇ ਕੋਈ ਗੁਰੂ ਖਾਲਸਾ ਜੀ ਉਹੋ ਜਿਹਾ ਗਰੀਬ ਲਿਬੜਿਆ ਤਿਬੜਿਆ ਆ ਜੇ ਤੇ ਉਹਨੂੰ ਦਰਵਾਜ਼ਾ ਨਹੀਂ ਲੰਘਣ ਦਿੰਦਾ। ਬਾਬਾ ਪਾਲਾ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਗੁਰੂ ਖਾਲਸਾ ਜੀ ਸੰਗ ਕੀਤਾ, ਪਤਾ ਵੱਡੇ ਵੱਡੇ ਮੰਤਰੀ ਵੀ ਆ ਜਾਂਦੇ ਸੀ ਤੇ ਬਾਬੇ ਨੇ ਕਦੇ ਕੁਰਸੀ ਨਹੀਂ ਸੀ ਢਾ ਕੇ ਦਿੱਤੀ ਵੀ ਇਹਨੂੰ ਕੁਰਸੀ ਤੇ ਬਾਓ ਮੰਤਰੀ ਹੈ। ਇੱਥੋਂ ਤੱਕ ਕਿ ਕਦੇ ਚਾਦਰ ਵੀ ਨਹੀਂ ਸੀ ਵਿਛਾ ਕੇ ਦਿੱਤੀ। ਜਿਹੜੇ ਥਾਂ ਤੇ ਆਮ ਲੋਕ ਆ ਕੇ ਜਿਵੇਂ ਸੰਗਤ ਵਿਚਰਦੀ ਬਹਿੰਦੀ ਸੀ, ਉੱਥੇ ਗੁਰੂ ਖਾਲਸਾ ਜੀ ਮੰਤਰੀਆਂ ਨੂੰ ਬਹਿਣਾ ਪੈਂਦਾ ਸੀ। ਜੋ ਪਿਆਰ ਬਚਨ ਸੁਭਾਅ ਜਿੰਨਾ ਕਿ ਬਾਬਾ ਜੀ ਨੇ ਬਾਕੀ ਸਿੱਖਾਂ ਨਾਲ ਸੰਗਤ ਨਾਲ ਕਰਨਾ, ਉਹਨਾਂ ਹੀ ਲੀਡਰਾਂ ਨਾਲ। ਇਹ ਨਹੀਂ ਵੀ ਇਹ ਲੀਡਰ ਆ, ਇਹ ਜਹੇਦਾਰ ਆ, ਇਹ ਸੰਸਥਾ ਦਾ ਮੁਖੀ ਆ ਜਾਂ ਆਗੂ ਆ। ਨਹੀਂ, ਗੁਰੂ ਖਾਲਸਾ ਜੀ ਅਦਬ ਸਾਰਿਆਂ ਦਾ ਰੱਖਿਆ, ਦ੍ਰਿਸ਼ਟ ਸਮਾਨ ਰੱਖੀ। ਹੁਣ ਸਮਾਨ ਦ੍ਰਿਸ਼ਟ ਕੀ ਆ? ਗੁਰੂ ਖਾਲਸਾ ਜੀ ਦੋਵਾਂ ਨੂੰ ਜਿਹੜਾ ਹੈ ਇੱਕ ਬਰਾਬਰ ਜਾਣਦਾ। ਸਮਾਨ ਦ੍ਰਿਸ਼ਟ ਬੜੀ ਵੱਡੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤਿੰਨਾਂ ਦੇ ਵੇਲੇ ਗੁਰੂ ਖਾਲਸਾ ਜੀ ਇੱਕ ਸਿੱਖ ਮਹਾਰਾਜ ਦੇ ਚਰਨੀ ਲੱਗਿਆ ਤੇ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਜੀ ਕਰਕੇ ਨਾਮ ਪ੍ਰਗਟ ਹੋਇਆ।
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਗੁਰੂ ਖਾਲਸਾ ਦੀ ਸੇਵਾ ਨਿਭਾਈ। ਤੇ ਇੱਥੇ ਸ਼ਬਦ ਆ ਰਿਹਾ ਏ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਦ੍ਰਿਸ਼ਟੀ ਸਮਾਨ ਰੱਖੀ ਬਦਲੀ ਨਹੀਂ। ਜੋ ਗੁਰੂ ਨਾਨਕ ਸਾਹਿਬ ਨੂੰ ਜਾਣ ਕੇ ਪੂਜਿਆ ਨਾ ਬਾਬਾ ਬੁੱਢਾ ਸਾਹਿਬ ਜੀ ਨੇ, ਗੁਰੂ ਖਾਲਸਾ ਜੀ ਉਹੋ ਹੀ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਕੀਤੀ। ਫਰਕ ਨਹੀਂ ਪਾਇਆ ਵੀ ਗੁਰੂ ਨਾਨਕ ਦਾ ਸੇਖਾਂ ਵੱਡਾ ਏ, ਲੈਣਿਆ ਤੂੰ ਕੱਲ ਆਇਆ ਏ ਤੇ ਅੱਜ ਗੁਰੂ ਬਣ ਬੈਠਾ ਏ, ਮੈਂ ਪੁਰਾਣਾ ਸੇਖਿਆ ਨਹੀਂ। ਕਿਆ ਨਹੀਂ, ਤੁਸੀਂ ਵੀ ਉਹੋ ਹੀ ਰੂਪ ਜੇ। ਤਾਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ। ਗੁਰੂ ਅੰਗਦ ਦੇਵ ਸਾਹਿਬ ਤੁਸੀਂ ਵੀ ਗੁਰੂ ਨਾਨਕ ਸਰੂਪ ਹੀ ਹੋ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵੀ ਉਵੇਂ ਹੀ ਸੇਵਾ ਕੀਤੀ। ਤੇ ਜੋ ਸੇਵਾ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੀਤੀ, ਉਹ ਰੂਪ ਜਾਣ ਕੇ ਗੁਰੂ ਖਾਲਸਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕੀਤੀ। ਉਦਾਂ ਹੀ ਬਚਨ ਮੰਨਿਆ, ਕੌਲ ਪਾਲਿਆ, ਸਿਰ ਨਿਵਾ ਕੇ ਆਗਿਆ ਵਿੱਚ ਵਿਚਰੇ ਤੇ ਸੇਵਾ ਨਿਭਾਈ। ਇੱਕ ਰੱਤੀ ਭਰ ਵੀ ਕਿਤੇ ਮੱਥੇ ਵੱਟ ਨਹੀਂ ਪਾਇਆ ਵੀ ਮੈਂ ਪੁਰਾਣਾ ਸਿੱਖਿਆ। ਸਾਨੂੰ ਤੇ ਇਹੋ ਹੀ ਮਾਰ ਜਾਂਦਾ ਨਾ ਵੀ ਮੈਂ ਬੜਾ ਪੁਰਾਣਾ। ਸੇਵਾ ਵੀ ਗਾਂਹ ਵੱਧ ਚੜ ਕੇ ਕੀਤੀ। ਜਿਵੇਂ ਜਿਵੇਂ ਉਮਰ ਵਧਦੀ ਜਾ ਰਹੀ ਸੀ, ਸੇਵਾ ਦਾ ਵੀ ਗੁਰੂ ਖਾਲਸਾ ਜੀ ਪ੍ਰਤਾਪ ਵਧਦਾ ਸੀ, ਉਤਸ਼ਾਹ ਖਿੱਚ ਵਧਦੀ ਸੀ। ਜੋ ਸੇਵਾ ਧੰਨ ਗੁਰੂ ਅਮਰਦਾਸ ਸਾਹਿਬ ਤੋਂ, ਗੁਰੂ ਨਾਨਕ ਸਾਹਿਬ ਤੋਂ, ਗੁਰੂ ਅੰਗਦ ਦੇਵ ਸਾਹਿਬ ਤੋਂ ਕੀਤੀ, ਅੱਜ ਉਹੋ ਹੀ ਸੇਵਾ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ। ਉਹੋ ਹੀ ਸੇਵਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕੀਤੀ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦਾ ਸਿੱਖ ਹੋਵੇ, ਗੁਰੂ ਖਾਲਸਾ ਜੀ ਜਿਹੜਾ ਸ਼੍ਰੀ ਅੰਮ੍ਰਿਤਸਰ ਦਾ ਸਰੋਵਰ ਤਿਆਰ ਹੋਇਆ ਹੈ, ਗੁਰੂ ਰਾਮਦਾਸ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਦਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਿਰ ਦੇ ਉੱਪਰ ਉਹ ਸਰੋਵਰ ਦੀ ਮਿੱਟੀ ਢੋਣਾ ਕੀਤੀ ਹੈ। ਯਾਦ ਰੱਖੋ, ਇਹ ਸਾਨੂੰ ਮਾਣ ਹੀ ਮਾਰ ਜਾਂਦਾ ਵੀ ਮੈਂ ਸਾਲ ਸੇਵਾ ਕੀਤੀ, ਮੈਂ ਵੱਡਾ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਦੇ ਹੀ ਰਹੇ ਤੇ ਸੇਵਾ ਦੇ ਵਿੱਚੋਂ ਹੀ ਬ੍ਰਹਮ ਗਿਆਨੀ ਗੁਰੂ ਖਾਲਸਾ ਜੀ ਪ੍ਰਗਟ ਹੋ ਗਏ। ਦ੍ਰਿਸ਼ਟ ਸਮਾਨ ਕੀ ਹੈ, ਇੱਕ ਰੱਤੀ ਭਰ ਫਰਕ ਨਹੀਂ ਪਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਮੈਂ ਹੁਣ ਬਦਲ ਜਾਵਾਂ। ਤੇ ਜਿਹੜਾ ਸਰੂਪ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪੂਜਿਆ, ਉਹੋ ਹੀ ਰੂਪ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰ ਦੇ ਮਾਲਕ ਛਠਮ ਪੀਰ, ਤਿਨਾਂ ਦੀ ਸੇਵਾ ਵੀ ਗੁਰੂ ਖਾਲਸਾ ਜੀ ਉਸੇ ਰੂਪ ਵਿੱਚ ਹੀ ਕੀਤੀ। ਉਹਨਾਂ ਹੀ ਅਦਬ ਸਤਿਕਾਰ ਰੱਖਿਆ। ਇਹਨੂੰ ਕਹਿੰਦੇ ਆ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਇੱਕੋ ਜਿਹੀ ਦ੍ਰਿਸ਼ਟੀ ਰੱਖੀ। ਹੁਣ ਆਈਏ ਬਾਬਾ ਪਾਲਾ ਸਿੰਘ ਸਾਹਿਬ ਜੀ ਤੇ। ਮਹਾਂਪੁਰਖ ਬਾਬਾ ਪਾਲਾ ਸਿੰਘ ਸਾਹਿਬ ਜੀ, ਇਹਨਾਂ ਨੂੰ ਗੁਰੂ ਖਾਲਸਾ ਜੀ ਜਿਹੜੀ ਚੇਤਨਾ ਸੀ, ਉਹ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਜੋ ਸ਼੍ਰੀ ਮਿਸ਼ਲ ਸ਼ਹੀਦਾ ਤਰਨਾ ਦਲ ਦੇ 12ਵੇਂ ਜਾਨਸ਼ੀਨ ਹੋਏ, ਉਹਨਾਂ ਨੇ ਗੁਰੂ ਖਾਲਸਾ ਜੀ ਮਹਾਂਪੁਰਖਾਂ ਨੇ ਇਹਨਾਂ ਨੂੰ ਦਲ ਪੰਥ ਦੇ ਕੇ ਤੋਰਿਆ। ਤੇ ਬਾਬਾ ਪਾਲਾ ਸਿੰਘ ਜੀ ਨੇ ਗਾਵਾਂ ਦੀ ਸੇਵਾ ਕਰਨੀ ਤੇ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦਾ ਅਦਬ ਸਤਿਕਾਰ ਪਿਆਰ ਪ੍ਰੇਮ ਰੱਖਣਾ। ਹੁਣ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਉਹਨਾਂ ਨੇ ਚੋਲਾ ਸੰਕੋਚਿਆ। 13ਵੇਂ ਸਥਾਨ ਤੇ ਗੁਰੂ ਖਾਲਸਾ ਜੀ ਬਾਬਾ ਕੀਰਤਨ ਸਿੰਘ ਸਾਹਿਬ ਜੀ ਆ ਗਏ। ਬਾਬਾ ਪਾਲਾ ਸਿੰਘ ਜੀ ਨੇ ਇਹ ਨਹੀਂ ਆਖਿਆ ਵੀ ਮੈਂ ਉਹਨਾਂ ਦਾ ਗੜਬਈ ਸੇਵਾਦਾਰ ਹੈ, ਪੰਥ ਮੇਰੇ ਕੋਲ ਆ ਗਾਈਆਂ ਦਾ ਦਲ ਤੇ ਇਹ ਮੈਨੂੰ ਦੇ ਦਿਓ। ਕਹਿੰਦੇ ਮੈਂ ਸੇਵਾਦਾਰ ਆ, ਸੇਵਾਦਾਰ ਬਣ ਕੇ ਰਵਾਂਗਾ। ਜਿਹੜੀ ਭਾਵਨਾ ਆਸਥਾ ਬਾਬਾ ਪਾਲਾ ਸਿੰਘ ਜੀ ਨੇ ਬਾਬਾ ਬਿਸ਼ਨ ਸਿੰਘ ਜੀ ਹੁਣਾਂ ਤੇ ਰੱਖੀ ਸੀ, ਉਹੋ ਹੀ ਭਾਵਨਾ ਗੁਰੂ ਖਾਲਸਾ ਜੀ ਬਾਬਾ ਪਾਲਾ ਸਿੰਘ ਜੀ ਨੇ ਬਾਬਾ ਕੀਰਤਨ ਸਿੰਘ ਜੀ ਤੇ ਰੱਖਣਾ ਕੀਤੀ। ਮਹਾਂਪੁਰਖ ਬਾਬਾ ਪਾਲਾ ਸਿੰਘ ਸਾਹਿਬ ਜੀ ਜਿਹੜੀ ਭਾਵਨਾ ਬਾਬਾ ਕੀਰਤਨ ਸਿੰਘ ਸਾਹਿਬ ਜੀ ਤੇ ਰੱਖੀ, ਗੁਰੂ ਖਾਲਸਾ ਜੀ ਉਹਨਾਂ ਤੋਂ ਬਾਅਦ
ਮਹਾਂਪੁਰਖ ਬਾਬਾ ਮੱਖਣ ਸਿੰਘ ਸਾਹਿਬ ਜੀ 14ਵੇਂ ਸਥਾਨ ਤੇ ਬਣੇ। ਉਸੇ ਭਾਵਨਾ ਦੇ ਨਾਲ ਬਾਬਾ ਪਾਲਾ ਸਿੰਘ ਜੀ ਨੇ ਬਾਬਾ ਮੱਖਣ ਸਿੰਘ ਜੀ ਹੁਣਾਂ ਦੀ ਵੀ ਪੂਜਾ ਕੀਤੀ, ਸਤਿਕਾਰ ਅਦਬ ਉਦਾਂ ਹੀ ਰੱਖਿਆ। ਅੱਜ ਤੇ ਕੀ ਹੁੰਦਾ, ਮਾੜਾ ਜਿਹਾ ਕੋਈ ਹੋਵੇ ਨਾ, ਥੋੜਾ ਜਿਹਾ ਤਾਂ ਹੋ ਜੇ ਤੇ ਗੁਰੂ ਨੂੰ ਕੁਝ ਨਹੀਂ ਜਾਣਦਾ, ਗੁਰੂ ਦੇ ਹੁੰਦਿਆਂ ਹੀ ਉੱਭਰ ਜੇ ਤੇ ਗੁਰੂ ਨੂੰ ਕੁਝ ਨਹੀਂ ਜਾਣਦਾ, ਮਗਰੋਂ ਤੇ ਕਿਹੜੀ ਗੱਲ ਆ। ਬਾਬਾ ਪਾਲਾ ਸਿੰਘ ਨੇ ਇਹ ਨਹੀਂ ਆਖਿਆ ਵੀ ਬਾਬਾ ਬਿਸ਼ਰ ਸਿੰਘ ਸਰੀਰ ਕਰਕੇ ਨਹੀਂ ਹੈਗਾ ਤੇ ਮੈਨੂੰ ਕਿਹਨੇ ਵੇਖਣਾ। ਜਾਣਿਆ ਵੀ ਗਰਿਆਈ ਤੇ ਉਹੋ ਹੀ ਆ, ਗੱਦੀ ਤੇ ਉਹੋ ਹੀ ਚੱਲਦੀ ਆਉਂਦੀ ਆ ਨਾ, ਜੋਤ ਉਹੋ ਹੀ ਚੱਲਦੀ ਆਉਂਦੀ ਆ ਨਾ। ਜਿਵੇਂ ਬਾਬੇ ਬੁੱਢੇ ਸਾਹਿਬ ਨੇ ਵੇਖਿਆ ਵੀ ਜੋਤ ਦੇ ਗੁਰੂ ਨਾਨਕ ਦੀ ਆ ਨਾ, ਗੁਰੂ ਹਰਗੋਬਿੰਦ ਸਾਹਿਬ ਤੱਕ ਜਦੋਂ ਰਹੇ ਸਰੀਰ ਵਿੱਚ। ਬਾਬਾ ਪਾਲਾ ਸਿੰਘ ਜੀ ਨੇ ਗੁਰੂ ਖਾਲਸਾ ਜੀ ਇੱਕ ਵਾਰੀ ਨਹੀਂ ਆਖਿਆ ਵੀ ਇਹ ਗੱਦੀ ਹੁਣ ਮੈਨੂੰ ਵੀ ਦੇ ਦਿਓ। ਬਾਬਾ ਮੱਖਣ ਸਿੰਘ ਜੀ ਹੁਣਾਂ ਨੇ ਆਪਣਾ ਗੁਰੂ ਖਾਲਸਾ ਜੀ ਸਮਾਂ ਸੰਕੋਚਿਆ ਤੇ 15ਵੇਂ ਜਿਹੜੇ ਮੌਜੂਦਾ ਮੁਖੀ ਨੇ ਸ਼੍ਰੀ ਵਿਸ਼ਵ ਸ਼ਹੀਦਾਂ ਤਰਨਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ, ਬਾਬਾ ਪਾਲਾ ਸਿੰਘ ਜੀ ਨੇ ਉਹੋ ਹੀ ਸਤਿਕਾਰ ਗੁਰੂ ਖਾਲਸਾ ਜੀ ਬਾਬਾ ਗੱਜਣ ਸਿੰਘ ਜੀ ਹੁਣਾਂ ਦਾ ਰੱਖਿਆ। ਇਹ ਹੁੰਦੀ ਆ ਗੁਰੂ ਖਾਲਸਾ ਜੀ ਸਭ ਦ੍ਰਿਸ਼ਟੀ, ਸਾਡੀ ਸਭ ਦ੍ਰਿਸ਼ਟੀ ਨਹੀਂ ਹੈ। ਸਾਡੀ ਤੇ ਇਹ ਹੈ ਵੀ ਜੋ ਧਨਵਾਨ ਲਖਾ ਨਿਜ ਸੇਵਕ ਤਾਹੇ ਪਰੋਸ ਪ੍ਰਸਾਦ ਜਮਾਵਾ। ਜਿਹੜਾ ਤੇ ਚਾਰ ਚਮੜਿਆਂ ਵਾਲਾ ਅਮੀਰ ਦਿਖਦਾ ਹੈ ਨਾ, ਉਹਨੂੰ ਤੇ ਲਿਆ ਕੇ ਜੀ ਕਰੀਦਾ ਹੈ, ਤੇ ਜਿਹੜਾ ਉਹੋ ਜਿਹਾ ਨਜ਼ਰ ਆ ਜਾਵੇ ਉਹਨੂੰ ਪੁੱਛਦਾ ਹੀ ਕੋਈ ਨਹੀਂ। ਬਾਬਾ ਬੁੱਢਾ ਸਾਹਿਬ ਜੀ ਦਾ ਕਿਤੇ ਇਤਿਹਾਸ 'ਚ ਜ਼ਿਕਰ ਨਹੀਂ ਆਉਂਦਾ ਵੀ ਕਿਤੇ ਉਹਨਾਂ ਚੌਥੇ ਪੰਜਵੇਂ ਛੇਵੇਂ ਥਾਂ ਜਾ ਕੇ ਰੌਲਾ ਪਾਇਆ ਹੋਵੇ ਵੀ ਮੈਂ ਗੁਰੂ ਨਾਨਕ ਦਾ ਸਿੱਖ, ਇਹ ਗਰਿਆਈ ਤੇ ਕਿਤੇ 2000 ਸਾਲਾਂ ਲਈ ਮੈਨੂੰ ਵੀ ਬਾ ਦਿਓ, ਕਿਤੇ ਨਹੀਂ ਕਿਹਾ। ਸੇਵਕ ਬਣੇ ਤੇ ਸੇਵਾ ਬਣ ਕੇ ਸੇਵਾ ਕੀਤੀ, ਸੇਵਕ ਬਣ ਕੇ ਸੇਵਕ ਕਹੋ ਸੇਵਾ ਬਣ ਆਈ, ਸੇਵਾ ਕੀਤੀ ਤੇ ਦ੍ਰਿਸ਼ਟੀ ਸਮਾਨ ਰੱਖੀ, ਡੋਲਣ ਨਹੀਂ ਦਿੱਤੀ ਗੁਰੂ ਖਾਲਸਾ ਜੀ। ਅੱਜ ਇਹੋ ਜੀ ਸਮ ਦ੍ਰਿਸ਼ਟੀ ਵਾਲੇ ਮਹਾਂਪੁਰਖ ਬਹੁਤ ਘੱਟ ਨੇ ਸੰਸਾਰ ਵਿੱਚ। ਇਹੋ ਜਿਹੇ ਇਤਿਹਾਸ ਵਿੱਚ ਇੱਕ ਨਹੀਂ ਬਹੁਤ ਆਉਂਦੇ, ਬਹੁਤਿਆਂ ਦਾ ਜ਼ਿਕਰ ਆਉਂਦਾ ਮਹਾਂਪੁਰਖਾਂ ਦਾ, ਅੱਜ ਵੀ ਹੈਨ ਵਿਰਲੇ ਨਾ ਹੀ ਹੈਗੇ ਨੇ, ਪਰ ਬਹੁਤੇ ਨਹੀਂ, ਵਿਰਲੇ ਨੇ ਜਿਹੜੇ ਦ੍ਰਿਸ਼ਟੀ ਸਮਾਨ ਰੱਖਦੇ ਨੇ। ਸੋ ਜਿਹੜੇ ਬ੍ਰਹਮ ਗਿਆਨੀ ਦੀ ਅਵਸਥਾ ਦੇ ਮਾਲਕ ਨੇ, ਉਹਨਾਂ ਦੀ ਦ੍ਰਿਸ਼ਟ ਜਿਹੜੀ ਗੁਰੂ ਖਾਲਸਾ ਜੀ ਇੱਕ ਸਮਾਨ ਹੈ ਜੀ। ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਕਹਿਣ ਲੱਗੇ ਜਿਵੇਂ ਰਾਜ ਰਾਜੇ ਨੂੰ ਤੇ ਰੰਕ ਕਹੀਏ ਕੰਗਾਲ ਨੂੰ, ਗਰੀਬ ਨੂੰ। ਇੱਕ ਗੁਰੂ ਖਾਲਸਾ ਜੀ ਰਾਜਾ ਹੋਵੇ ਤੇ ਇੱਕ ਕੰਗਾਲ ਹੋਵੇ, ਪਰ ਪਵਾਨ ਕਹਿੰਦੇ ਹਵਾ, ਹਵਾ ਤੇ ਦੋਵਾਂ ਨੂੰ ਇੱਕ ਬਰਾਬਰ ਹੀ ਲੱਗਦੀ ਆ। ਕੋਈ ਕਰਮਾਂ ਕਰਕੇ ਅਮੀਰ ਹੈ, ਕੋਈ ਕਰਮਾਂ ਕਰਕੇ ਗਰੀਬ ਹੈ, ਹਵਾ ਤੇ ਦੋਵਾਂ ਨੂੰ ਇੱਕ ਬਰਾਬਰ ਹੀ ਲੱਗੀ ਆ। ਏਦਾਂ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਦੀ ਸਮ ਦ੍ਰਿਸ਼ਟੀ, ਹਵਾ ਦੀ ਨਿਆਈ। ਹਵਾ ਲੰਘਦੀ ਜਾ ਰਹੀ, ਉਹ ਨਹੀਂ ਵੇਖਦੀ ਵੀ ਇਹ ਗਰੀਬ ਆ ਇਹ ਅਮੀਰ ਆ। ਧੂੜ ਉੱਡੀ ਆ, ਉਹਨੇ ਨਹੀਂ ਵੇਖਿਆ ਵੀ ਇਹਨੇ ਸਾਫ ਵਸਤਰ ਪਾਏ ਨੇ, ਇਹਨੇ ਮਲੀਨ ਪਾਏ ਨੇ, ਉੱਡੀ ਜਾਂਦੀ ਹੈ, ਜਿਹੜਾ ਲਪੇਟ ਚ ਆ ਗਿਆ ਉਹਨੂੰ ਲਈ ਜਾਂਦੀ। ਭਗਤ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਜਿਹੜੇ ਆਮ ਲੋਕਾਂ ਦੀ ਬਿਰਤੀ ਹੈ, ਉਹਨਾਂ ਦਾ ਸ਼ਬਦ ਆਉਂਦਾ, ਨਿਰਧਨ ਕੋ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਜਿਹੜਾ ਗਰੀਬ ਬੰਦਾ ਹੈ ਨਾ, ਕੰਗਾਲ, ਉਹਨੂੰ ਕੋਈ ਨਹੀਂ ਮਾਣ ਸਤਿਕਾਰ ਦਿੰਦਾ, ਕੋਈ ਬਾਬਾ ਨਹੀਂ ਉਹਦੀ ਬਾਹ ਫੜਦਾ। ਜਿਹੜੇ ਆਪੋ ਬ੍ਰਹਮ ਗਿਆਨੀ ਨੇ, ਕੋਈ ਨਹੀਂ ਬਾਤ ਪੁੱਛਦਾ ਉਹਦੀ। ਕਬੀਰ ਜੀ ਕਹਿੰਦੇ ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਗਰੀਬ ਲੱਖਾਂ ਗੁਰੂ ਖਾਲਸਾ ਜੀ ਵਲਵਲੇ ਬਣਾਏ, ਲੱਖਾਂ ਉਪਾਅ ਕਰੇ ਵੀ ਮੈਂ ਦੇ ਮਨ ਵਿੱਚ ਵਸ ਜਾਵਾਂ, ਪਰ ਗੱਲ ਨਹੀਂ ਬਣਦੀ। ਅਮੀਰ ਲਾਗੇ ਨਹੀਂ ਲੱਗਣ ਦਿੰਦਾ, ਪਰ ਫੇਰ ਕਹਿੰਦੇ ਜੇ ਗਰੀਬ ਅਮੀਰ ਦੇ ਘਰ ਆ ਜਾਏ, ਜਾਓ ਨਿਰਧਨ ਸਰ ਧਨ ਕਹਿ ਜਾਏ। ਕਹਿੰਦੇ ਜੇ ਗਰੀਬ ਅਮੀਰ ਦੇ ਘਰ ਆ ਜਾਏ ਤੇ ਸਿੱਧੇ ਮੂੰਹ ਗੱਲ ਨਹੀਂ ਕਰਦਾ ਅਮੀਰ।
ਮੂੰਹ ਪਛਾਹ ਨੂੰ ਘੁਮਾ ਲੇਗਾ, ਪਿੱਠ ਜੀ ਦੇ ਕੇ ਅੱਖ ਨਾ ਅੱਖ ਨਹੀਂ ਮਿਲਾਉਂਦਾ, ਹੰਕਾਰੀ ਜੀ ਗੱਲ ਕਰਕੇ ਤੋੜ ਦਿੰਦਾ ਹੈ। ਦੂਜੇ ਪਾਸੇ ਕਹਿੰਦੇ ਨੇ ਜੋ ਸਾਰ ਧਨ ਨਿਰਧਨ ਕਹਿ ਜਾਏ। ਹਾਂ ਹੁਣ ਕਿਤੇ ਅਮੀਰ ਗਰੀਬ ਬੰਦੇ ਦੇ ਘਰ ਚਲਿਆ ਜਾਏ, ਦੀਆ ਆਦਰ ਲਿਆ ਬੁਲਾਏ, ਉਹ ਅਦਬ ਸਤਿਕਾਰ ਨਾਲ ਗੁਰੂ ਖਾਲਸਾ ਜੀ ਅੰਦਰ ਬੁਲਾਉਂਦਾ ਹੈ ਵੀ ਬਹਿ ਜਾ। ਪਰ ਫੇਰ ਕਹਿੰਦੇ ਨਿਰਧਨ ਸਾਰ ਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਠੀ ਜਾਈ। ਕਹਿੰਦੇ ਹੈ ਤੇ ਭਰਾ ਹੀ ਨੇ, ਕੋਈ ਅਮੀਰ ਹੋ ਗਿਆ ਤੇ ਕੋਈ ਗਰੀਬ ਹੋ ਗਿਆ, ਇਹ ਹੈ ਪਰਮੇਸ਼ਰ ਦੀ ਖੇਡ। ਸੋ ਇਸ ਵਾਸਤੇ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਜਿਹੜਾ ਜੀਵਨ ਹੈ ਨਾ, ਉਹ ਸਮ ਦ੍ਰਿਸ਼ਟੀ ਰੱਖਦਾ ਹੈ। ਤੇ ਬਾਬਾ ਪਾਲਾ ਸਿੰਘ ਜੀ ਸਮ ਦ੍ਰਿਸ਼ਟੀ ਲਾ ਕੇ ਵਿਚਰੇ ਗੁਰੂ ਖਾਲਸਾ ਜੀ। ਜਿੰਨਾ ਮਾਣ ਸਤਿਕਾਰ ਉਹਨਾਂ ਕਿਸੇ ਆਮ ਮਨੁੱਖ ਦਾ ਕਰਨਾ ਨਾ, ਉਹਨਾਂ ਹੀ ਲੀਡਰ ਦਾ, ਉਹਨਾਂ ਹੀ ਆਏ ਗਏ ਦਾ ਕਰਨਾ। ਇਹ ਨਹੀਂ ਵੀ ਜਿਹੜਾ ਕੋਈ ਡੱਬਾ ਲਾਇਆ, ਕੋਈ 5-7 ਹਜ਼ਾਰ ਦਾ ਮੱਥਾ ਟੇਕ ਗਿਆ, ਕੋਈ ਚੰਗਾ ਕੱਪੜਾ ਚੜਾ ਗਿਆ ਤੇ ਉਹਦੀ ਜਿਹਾ ਜਿਹਾ ਕਾਰ ਗਾਈ ਜਾਣੀ, ਤੇ ਜਿਹਨੇ ਕੁਝ ਨਹੀਂ ਕਿਹਾ ਉਹਦੇ ਵੱਲ ਵੇਖਣਾ ਵੀ ਨਹੀਂ। ਮਹਾਂਪੁਰਖ ਗੁਰੂ ਖਾਲਸਾ ਜੀ ਹਰ ਇੱਕ ਨਾਲ ਇੱਕੋ ਜਿਹਾ ਅਦਬ ਰੱਖਦੇ ਹੁੰਦੇ ਸੀ। ਹਾਂ ਸਗੋਂ ਕੋਈ ਸਿੱਧਾ ਸਾਦਾ ਕਮਲਾ ਰੰਗੜਾ ਆ ਜਾਣਾ ਤੇ ਬਾਬਾ ਪਾਲਾ ਸਿੰਘ ਜੀ ਨੇ ਗੁਰੂ ਖਾਲਸਾ ਜੀ ਆਪ ਨੇਲ ਕੱਟਣ ਦੇ ਨਾਲ ਉਹਦੇ ਪੈਰਾਂ ਦੇ ਤੇ ਹੱਥਾਂ ਦੇ ਨਹੁੰ ਕੱਟਣੇ, ਇਸ਼ਨਾਨ ਕਰਾਉਣਾ, ਸਾਫ਼ ਵਸਤਰ ਪਹਿਨਾ ਕੇ ਭੇਜਣੇ। ਲੱਭੋ ਅੱਜ ਇਹੋ ਜਿਹਾ ਕੋਈ ਬ੍ਰਹਮ ਗਿਆਨੀ ਲੱਭਦਾ? ਨਾਲ 10 ਚੇਲੇ ਹੁੰਦੇ, ਪਹਿਲਾਂ ਹੀ ਧੱਕੇ ਮਾਰ ਮਾਰ ਪਰਾਂ ਕਰ ਦਿੰਦੇ ਵੀ ਕਿਤੇ ਬਾਬੇ ਦੇ ਨੇੜੇ ਨਾ ਅੱਜ ਤੇਰੀ ਛੂਹ ਨਾ ਪੈ ਜੇ ਸਾਡੇ ਬ੍ਰਹਮ ਗਿਆਨੀ ਨੂੰ। ਇਹ ਗੁਰੂ ਖਾਲਸਾ ਜੀ ਬਾਬਾ ਪਾਲਾ ਸਿੰਘ ਜੀ ਉਹਨਾਂ ਨੂੰ ਬਾਣ ਆਉਂਦੀ ਹੈ। ਸੋ ਐਸੇ ਬ੍ਰਹਮ ਗਿਆਨੀ ਜਿਹੜੇ ਨਿਰਲੇਪ ਹੋਏ, ਕਿਉਂਕਿ ਕਈ ਵਾਰ ਮਨ 'ਚ ਫੁਰਨਾ ਹੋ ਸਕਦਾ ਕਿਸੇ ਜਗਿਆਸੂ ਦੇ ਵੀ ਕੋਈ ਸਮ ਦ੍ਰਿਸ਼ਟੀ ਵਾਲਾ ਵੀ ਹੁੰਦਾ, ਤੇ ਜਿਨ੍ਹਾਂ ਨੇ ਵੇਖਿਆ ਗੁਰੂ ਖਾਲਸਾ ਜੀ ਬਾਬਾ ਪਾਲਾ ਸਿੰਘ ਜੀ ਨੂੰ, ਉਹਨਾਂ ਨੂੰ ਪਤਾ ਵੀ ਸਮ ਦ੍ਰਿਸ਼ਟੀ ਵਾਲੇ ਮਹਾਂਪੁਰਖ ਦੁਨੀਆ ਦੇ। ਸੋ ਐਸੇ ਕਹਿੰਦੇ ਬ੍ਰਹਮ ਗਿਆਨੀ ਸਮਾਨ ਦ੍ਰਿਸ਼ਟੀ ਸਮ ਦ੍ਰਿਸ਼ਟੀ ਵਾਲੇ ਨੇ। ਜਿਸ ਤਰੀਕੇ ਨਾਲ ਹਵਾ ਜਿਹੜੀ ਆ ਨਾ ਅਮੀਰ ਤੇ ਗਰੀਬ ਨੂੰ ਇੱਕ ਬਰਾਬਰ ਛੂਹ ਦਿੰਦੀ ਆ, ਇਵੇਂ ਕਹਿੰਦੇ ਬ੍ਰਹਮ ਗਿਆਨੀ ਵੀ ਸਮ ਦ੍ਰਿਸ਼ਟੀ ਨਾਲ ਵਿਚਰਦੇ ਹਨ। ਬ੍ਰਹਮ ਗਿਆਨੀ ਕੈ ਧੀਰਜ ਏਕ। ਫਿਰ ਜ਼ਿਕਰ ਕਰਦੇ ਨੇ ਵੀ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹਦੇ ਅੰਦਰ ਗੁਰੂ ਖਾਲਸਾ ਜਿਹੜਾ ਧੀਰਜ ਆ, ਉਹ ਇੱਕ ਬੜਾ ਵੱਡਾ ਗੁਣ ਹੈ। ਵੱਡਾ ਗੁਣ ਹੈ ਵੀ ਉਹ ਅਸਥਿਰ ਸੁਭਾਅ ਦਾ ਮਾਲਕ ਹੈ। ਉਹ ਡੋਲਦਾ ਨਹੀਂ ਹੈ, ਆਪਣੇ ਸੁਭਾਅ ਤੋਂ ਖਿਸਕਦਾ ਨਹੀਂ ਹੈ, ਧਰਤੀ ਵਰਗਾ ਧੀਰਜ ਧਾਰਿਆ ਹੋਇਆ। ਕਹਿ ਲੱਗੇ ਬ੍ਰਹਮ ਗਿਆਨੀ ਦੇ ਵਿੱਚ ਇੱਕ ਵੱਡਾ ਗੁਣ ਜਿਹੜਾ ਹੈ ਉਹ ਅਸਥਿਰਤਾ ਦਾ ਹੈ, ਭਾਵ ਟਿਕਾ ਧੀਰਜਵਾਨਤਾ ਦਾ ਹੈ ਜੀ। ਜਿਉ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ। ਹਾਂ ਜਿਵੇਂ ਕਹਿੰਦੇ ਕੋਈ ਬਸਦਾ ਧਰਤੀ ਨੂੰ ਖੋਦਾ ਖੋਦੀ ਜਾਏ, ਜ਼ਮੀਨ ਪੁੱਟੀ ਜਾਏ, ਟੋਏ ਪਾਈ ਜਾਏ, ਤਿੱਖੀ ਤਿੱਖੀ ਕਹੀ ਦੇ ਨਾਲ ਜ਼ਮੀਨ ਨੂੰ ਚੀਰੀ ਜਾਏ। ਜਿਵੇਂ ਆਪਾਂ ਤਵੀਆਂ ਫੇਰਦੇ ਆ, ਹੱਲਾ ਵਾਉਂਦੇ ਆ, ਪਹਿਲਾਂ ਹਲ ਵਾਇਆ ਜਾਂਦਾ ਹੁੰਦਾ ਸੀ। ਕਹਿੰਦੇ ਧਰਤੀ ਉਹਨੂੰ ਵੀ ਕੋਈ ਸ਼ਰਾਪ ਨਹੀਂ ਦਿੰਦੀ, ਉਹਨੂੰ ਵੀ ਮਾੜਾ ਨਹੀਂ ਆਖਦੀ। ਕੋਉ ਚੰਦਨ ਲੇਪ, ਤੇ ਕੋਈ ਧਰਤੀ ਤੇ ਚੰਦਨ ਦਾ ਲੇਪਨ ਕਰੀ ਜਾਏ, ਧਰਤੀ ਗੁਰੂ ਖਾਲਸਾ ਜੀ ਉਹਨੂੰ ਕੋਈ ਵਰ ਵੀ ਨਹੀਂ ਦਿੰਦੀ। ਧਰਤੀ ਦਾ ਸੁਭਾਅ ਕੀ ਆ? ਇੱਕ ਸਾਰ। ਜੇ ਕਿਸੇ ਨੇ ਗੰਦਗੀ ਪਾ ਦਿੱਤੀ, ਖੂਹ ਪੁੱਟ ਦਿੱਤਾ, ਤੇ ਉਹਨੇ ਤਾਂ ਵੀ ਨਹੀਂ ਕੁਝ ਆਖਿਆ। ਜੇ ਕਿਸੇ ਨੇ ਗੁਰੂ ਖਾਲਸਾ ਜੀ ਚੰਦਨ ਦਾ ਲੇਪਨ ਕਰ ਦਿੱਤਾ, ਸੋਨੇ ਦੇ ਨਾਲ ਤੋਲ ਦਿੱਤੀ, ਧਰਤੀ ਨੇ ਉਹਨੂੰ ਤਾਂ ਵੀ ਨਹੀਂ ਕੁਝ ਆਖਿਆ। ਵੇਖੋ ਧਰਤੀ ਦਾ ਸੁਭਾਅ ਹੈ। ਕਹਿੰਦੇ ਏਦਾਂ ਹੀ ਬ੍ਰਹਮ ਗਿਆਨੀ ਦਾ ਗੁਰੂ ਖਾਲਸਾ ਜੀ ਅਸਥਿਰਤਾ ਦਾ ਸੁਭਾਅ ਹੈ, ਧੀਰਜ ਧਾਰੀ ਹੈ। ਕੋਈ ਕਿੰਨੀ ਵੀ ਨਿੰਦਿਆ ਕਰੀ ਚੱਲੇ, ਕਿੰਨਾ ਵੀ ਗੁਰੂ ਖਾਲਸਾ ਜੀ ਧਰਤੀ ਪੁੱਟਣ ਦੀ ਨਿਆਈ ਬ੍ਰਹਮ ਗਿਆਨੀ ਦੀ ਨਿੰਦਿਆ ਕਰੇ ਵੀ ਉਹ ਫਲਾਨਾ ਏਦਾਂ ਢੀਂਗੜਾ ਏਦਾਂ। ਦੂਜਾ ਕਹਿੰਦੇ ਕੋਈ ਚੰਦਨ ਦੀ ਨਿਆਈ ਕਿੰਨੀ ਉਪਮਾ ਕਰੇ, ਉਸਤਤ ਕਰੇ, ਵਡਿਆਈ ਕਰੇ, ਬ੍ਰਹਮ ਗਿਆਨੀ ਗੁਰੂ ਖਾਲਸਾ ਜੀ ਡੋਲਦਾ ਨਹੀਂ ਹੈ। ਆਪ ਜੀ ਬੈਰਾੜੀ ਰਾਖਸ਼ਾ ਸ਼ਬਦ ਆਉਂਦਾ, ਹਰ ਜਨ ਰਾਮ ਨਾਮ ਗੁਣ ਗਾਵੈ,
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰੀ ਦੇ ਪਿਆਰੇ ਗੁਰੂ ਖਾਲਸਾ ਜੀ ਆਪਣੀ ਉਪਮਾ ਦੇ ਵਿੱਚ ਹੀ ਵਾਹਿਗੁਰੂ ਆਪਣੇ ਪਰਮੇਸ਼ਰ ਦੇ ਭੈ ਪ੍ਰੇਮ ਵਿੱਚ ਹੀ ਲੀਨ ਰਹਿੰਦੇ ਨੇ। ਉਹ ਨਿੰਦਿਆ ਉਸਤਤ ਤੋਂ ਗੁਰੂ ਖਾਲਸਾ ਜੀ ਪਰੇ ਹੋ ਜਾਂਦੇ ਨੇ। ਨਹ ਨਿੰਦਿਆ ਨਹ ਉਸਤਤ ਜਾ ਕੇ ਉਹ ਉਸ ਅਵਸਥਾ ਤੇ ਪਹੁੰਚੇ ਨੇ ਜਿੱਥੇ ਨਿੰਦਿਆ ਦਾ ਵੀ ਕੋਈ ਨਹੀਂ ਤੇ ਉਸਤਤ ਦਾ ਵੀ ਕੋਈ ਨਹੀਂ। ਵੈਸੇ ਆਮ ਜੀਵਨ ਵਿੱਚ ਵੀ ਤੇ ਗੁਰਮਤ ਜਾਂ ਗੁਰਮੁਖ ਦੇ ਜੀਵਨ ਵਿੱਚ ਵੀ ਇਹ ਦੋਨੋਂ ਹੀ ਬੜੇ ਵੱਡੇ ਗੁਰੂ ਖਾਲਸਾ ਜੀ ਬੰਧਨ ਨੇ। ਜਿੱਥੇ ਨਿੰਦਿਆ ਬੰਧਨ ਹੈ ਨਾ, ਰੁਕਾਵਟ ਹੈ ਵੀ ਫਲਾਣੇ ਨੇ ਨਿੰਦ ਦਿੱਤਾ ਤੇ ਕੰਮ ਬੰਦ ਹੋ ਗਿਆ, ਰੁਕ ਗਿਆ, ਉੱਥੇ ਗੁਰੂ ਖਾਲਸਾ ਜੀ ਉਸਤਤ ਉਹਦੇ ਨਾਲੋਂ ਵੀ ਵੱਡਾ ਬੰਧਨ ਹੈ। ਇੱਕ ਬੰਦੇ ਨੇ ਸਿੱਧੀ ਜ਼ਹਿਰ ਖਾ ਲਈ ਆ ਤੇ ਇੱਕ ਨੇ ਮਿੱਠੇ ਵਿੱਚ ਰਲਾ ਕੇ ਖਾ ਲਈ, ਇੱਕ ਬਰਾਬਰ ਹੀ ਆ। ਇੱਕ ਬੰਦਾ ਲੋਹੇ ਦੀਆਂ ਕੜੀਆਂ ਵਿੱਚ ਫਸਿਆ ਹੋਇਆ ਤੇ ਦੂਜੇ ਨੂੰ ਸੋਨੇ ਦੀਆਂ ਕੜੀਆਂ ਪਈਆਂ ਹੋਈਆਂ ਨੇ। ਕੜੀ ਤੇ ਕੜੀ ਆ ਨਾ, ਕੈਦ ਤੇ ਕੈਦ ਹੀ ਆ ਨਾ, ਕਿ ਸੋਨੇ ਦੀ ਜੇਲ੍ਹ 'ਚ ਬੰਦ ਆ, ਲੋਹੇ ਦੀ। ਏਦਾਂ ਗੁਰੂ ਖਾਲਸਾ ਦੀ ਜਿਹੜੀ ਉਸਤਤ ਹੈ ਨਾ, ਸੋਨੇ ਦੀ ਜੇਲ੍ਹ ਦੀ ਨਿਆਈ ਹੈ, ਤੇ ਜਿਹੜੀ ਨਿੰਦਿਆ ਇਹ ਲੋਹੇ ਦੀ ਜੇਲ੍ਹ ਦੀ ਨਿਆਈ ਹੈ। ਦੋਨੋਂ ਹੀ ਕਹਿੰਦੇ ਜਿੱਥੇ ਨਿੰਦਿਆ ਵਿਘਨ ਰੁਕਾਵਟ ਬਣਦੀ, ਉੱਥੇ ਉਸਤਤ ਉਹਦੇ ਨਾਲੋਂ ਵੀ ਵੱਡਾ ਵਿਘਨ ਹੈ। ਸੋ ਬ੍ਰਹਮ ਗਿਆਨੀ ਇਹਨਾਂ ਦੋਵਾਂ ਤੋਂ ਪਰੇ ਹੈ। ਨਹ ਨਿੰਦਿਆ ਨਹ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਾ ਨਿਆਰੂ, ਨਾਹੀ ਮਾਨ ਅਪਮਾਨਾ। ਉੱਥੇ ਗੁਰੂ ਖਾਲਸਾ ਜੀ ਕੋਈ ਨਿੰਦਿਆ ਉਸਤਤ ਨਹੀਂ, ਕੋਈ ਹਰਖ ਸੋਗ ਨਹੀਂ, ਮਾਨ ਅਪਮਾਨ ਨਹੀਂ। ਜਿਵੇਂ ਧਰਤੀ ਨੂੰ ਕੋਈ ਖੋਦੀ ਜਾਏ, ਟੋਆ ਪੁੱਟੀ ਜਾਏ, ਗੰਦਗੀ ਲਾਈ ਜਾਏ, ਤੇ ਕੋਈ ਗੁਰੂ ਖਾਲਸਾ ਜੀ ਉਸੇ ਧਰਤੀ ਤੇ ਹੀ ਚੰਦਨ ਦਾ ਲੇਪ ਕਰ ਰਿਹਾ ਹੋਵੇ, ਕੋਈ ਦੀਵਾਨ ਟੋਡਰਮਲ ਬਣ ਕੇ ਸੋਨੇ ਦੀਆਂ ਮੋਹਰਾਂ ਵਿਛਾ ਰਿਹਾ ਹੋਵੇ, ਗੁਰੂ ਖਾਲਸਾ ਜੀ ਉਹ ਕਿਸੇ ਨੂੰ ਵਾਰ ਨਹੀਂ ਦਿੰਦੀ, ਕਿਸੇ ਨੂੰ ਸ਼ਰਾਪ ਨਹੀਂ ਦਿੰਦੀ। ਬ੍ਰਹਮ ਗਿਆਨੀ ਦੇ ਵਿੱਚ ਵੀ ਐਸੀ ਅਸਥਿਰਤਾ ਦੇ, ਧੀਰਜਵਾਨਤਾ ਦੇ ਗੁਣ ਹਨ। ਬ੍ਰਹਮ ਗਿਆਨੀ ਕਾ ਇਹ ਗੁਨਾਹ, ਐ ਬੰਦਿਆ ਬ੍ਰਹਮ ਗਿਆਨੀ ਵਿੱਚ ਸਭ ਤੋਂ ਵੱਡਾ ਗੁਨਾਹ ਕੀ ਇਹ ਗੁਣ ਹੈ, ਸਭ ਤੋਂ ਵੱਡਾ ਗੁਣ ਹੈ। ਕਿਉਂਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਆਹ ਲੱਛਣ ਜੇ ਬ੍ਰਹਮ ਗਿਆਨੀ ਦੇ। ਜਿਹੜਾ ਕਹਿੰਦਾ ਨਾ ਵੀ ਮੈਂ ਬ੍ਰਹਮ ਗਿਆਨੀ, ਉਹਨੂੰ ਕਹਾ ਇਧਰ ਆ, ਬਹਿ ਕਸਵੱਟੀ ਤੇ ਸੁਖਮਨੀ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਣ ਦੱਸਦੇ ਆ ਬ੍ਰਹਮ ਗਿਆਨੀ ਦੇ। ਜੇ ਹੈ ਤੇਰੇ ਵਿੱਚ ਤੇ ਮਨ, ਜੇ ਨਹੀਂ ਆ ਗਏ ਤੇ ਫਿਰ ਦਮ ਦੀ ਦੁਕਾਨ ਜਿਹੜੀ ਆ ਬੰਦ ਕਰ ਦੇ। ਸੋ ਕਹਿ ਲੱਗੇ ਬ੍ਰਹਮ ਗਿਆਨੀ ਕਾ ਇਹਾ ਗੁਨਾਹੋ, ਬ੍ਰਹਮ ਗਿਆਨੀ ਵਿੱਚ ਕਹਿੰਦੇ ਐਸੇ ਹੀ ਗੁਣ ਹਨ। ਨਾਨਕ ਜਿਉ ਪਾਵਕ ਕਾ ਸਹਜ ਸੁਭਾਉ, ਜਿਵੇਂ ਕਹਿੰਦੇ ਪਾਵਕ ਨਾਮ ਅਗਨੀ ਦਾ ਹੈ, ਕਹਿੰਦੇ ਜਿਵੇਂ ਅੱਗ ਦਾ ਸਹਜੇ ਹੀ ਸੁਭਾਅ ਹੈ ਨਾ, ਵੀ ਅੱਗ ਜੇ ਹਨੇਰੇ ਵਿੱਚ ਬਾਲੀਏ ਤੇ ਸਵੇਰਾ ਕਰਦੀ, ਹਨੇਰੇ ਨੂੰ ਦੂਰ ਕਰਦੀ ਹੈ। ਸਿਆਲ ਵਿੱਚ ਬਾਲੀਏ ਤੇ ਕੱਕਰ ਠੰਡ ਦੂਰ ਕਰ ਦਿੰਦੀ ਹੈ। ਬ੍ਰਹਮ ਗਿਆਨੀ ਵੀ ਗੁਰੂ ਖਾਲਸਾ ਜੀ ਅਵਿਦਿਆ ਅਗਿਆਨ ਇਹ ਜਿਹੜਾ ਹਨੇਰਾ ਦੂਰ ਕਰਦੀ ਹੈ। ਬ੍ਰਹਮ ਗਿਆਨੀ ਦੀ ਦਾਤ ਸੰਗਤ, ਬ੍ਰਹਮ ਗਿਆਨੀ ਦੀ ਬਖਸ਼ਿਸ਼ ਅਸੀਸ, ਬ੍ਰਹਮ ਗਿਆਨੀ ਦਾ ਸੰਗ ਅਗਿਆਨ ਅਵਿਦਿਆ ਦੇ ਹਨੇਰੇ ਨੂੰ ਤੇ ਪਾਪਾਂ ਦੀ ਠੰਡ ਜਿਹੜੀ ਆ ਇਹਨੂੰ ਦੂਰ ਕਰ ਦਿੰਦਾ। ਕੋਈ ਵੀ ਬ੍ਰਹਮ ਗਿਆਨੀ ਦਾ ਸੰਗ ਕਰ ਲੇ, ਉਹਦਾ ਗੁਰੂ ਖਾਲਸਾ ਜੀ ਪਾਰ ਉਤਾਰਾ ਹੋ ਜਾਂਦਾ ਹੈ। ਇਹ ਸੁਖਮਨੀ ਸਾਹਿਬ ਜੀ ਦੇ ਪਾਤਸ਼ਾਹ ਜੀ ਵਿਚਾਰ ਬਖਸ਼ਿਸ਼ ਕਰਦੇ ਨੇ। ਦੂਜਾ, ਅੱਜ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਵੱਖੋ ਵੱਖਰੇ ਸਥਾਨਾਂ ਤੇ ਜਿਹੜਾ ਗੁਰੂ ਖਾਲਸਾ ਜੀ ਪੁਰਬ ਮਨਾਇਆ ਗਿਆ ਹੈ। ਛੋਟੀ ਜੀ ਘਟਨਾ ਕਹਿ ਕੇ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਦੀ ਆਪ ਜੀ ਤੋਂ 2-4 ਮਿੰਟ ਖਿਮਾ ਮੰਗ ਲੈਣੀ ਹੈ। ਗੁਰੂ ਖਾਲਸਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਬੜਾ ਵੱਡਾ ਸਥਾਨ ਹੈ ਸਿੱਖ ਪੰਥ ਦੇ ਵਿੱਚ। ਉਦਾਸੀ ਸੰਪਰਦਾ ਦੇ ਮੋਢੀ ਹੋਏ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ, ਔਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਧਾਰਿਆ ਹੈ, ਉਹਨਾਂ ਨੂੰ ਹੀ ਆਪਣਾ ਗੁਰੂ ਮੰਨਿਆ ਹੈ। ਪੰਥ ਬੇਸ਼ੱਕ ਉਹਨਾਂ ਵੱਖਰਾ ਚਲਾਇਆ ਹੈ,
ਪਰ ਗੁਰੂ ਖਾਲਸਾ ਜੀ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਰੱਖਿਆ ਹੈ। ਦੁਨੀਆ ਤੇ ਕੋਈ ਵੀ ਵਿਦਵਾਨ ਰੱਬ ਸਤਿਪੁਰਸ਼ ਜਦੋਂ ਕੋਈ ਵੀ ਗੁਰੂ ਖਾਲਸਾ ਜੀ ਵਿਚਾਰ ਆਰੰਭ ਕਰਦਾ ਤੇ ਆਪਣੇ ਗੁਰੂ ਨੂੰ ਯਾਦ ਕਰਦਾ। ਬਾਣੀ ਸ਼ਬਦ ਆਉਂਦਾ, ਸਭ ਤੇ ਵੱਡਾ ਸਤਿਗੁਰ ਨਾਨਕ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਮਾਤਰਾ ਸਾਹਿਬ ਦੀ ਬਾਣੀ ਉਚਾਰੀ, ਉਹਦੇ ਵਿੱਚ ਲਿਖਿਆ ਹੈ, ਆਰਤਾ ਕੀਜਾ ਨਾਨਕ ਸ਼ਾਹ ਪਾਤਸ਼ਾਹ ਕਾ, हर हर दीन दुनिया के शाहिन शहनशाह का। क्या लगे भी जे आरता करना है ना, आरता की जाए नानक शाह पातशाह का। पात कहते ने गुरु खालसा जी तखत नूं, शाह कहते ने मालिक नूं। कहते आ दुनिया दे लोको, जे किसी ने आरता करना है ना, आरता आरती वो गुरु नानक साहब दी करो। ਉਹ ਦੀਨ ਦੁਨੀਆ ਦਾ ਸ਼ਾਹਾਂ ਦੇ ਸ਼ਾਹਾਂ ਦਾ ਮਾਲਕ ਹੈ। ਇਹਦੇ ਤੋਂ ਸਿੱਧ ਹੁੰਦਾ ਵੀ ਗੁਰੂ ਨਾਨਕ ਸਾਹਿਬ ਬਾਬਾ ਸ਼੍ਰੀ ਚੰਦ ਸਾਹਿਬ ਦੇ ਗੁਰੂ ਨੇ। ਇੱਕ ਵਾਰ ਇਤਿਹਾਸ ਜ਼ਿਕਰ ਆਉਂਦਾ ਵੀ ਲਾਹੌਰ ਦੇ ਰਾਜੇ ਦਾ ਪੁੱਤਰ ਬਿਮਾਰ ਹੋ ਗਿਆ। ਬਿਮਾਰ ਵੀ ਇੰਨਾ ਹੋ ਗਿਆ ਵੀ ਆਖਰੀ ਸਵਾਸਾਂ ਦੇ ਵੈਦ ਹਕੀਮ ਦੀ ਕੋਈ ਦਵਾ ਦਾਰੂ ਅਸਰ ਨਾ ਕਰੇ। ਕਹਿੰਦੇ ਨੇ ਵੀ ਉਸ ਵੇਲੇ ਨਾ ਉਸ ਰਾਜੇ ਨੇ ਬੜਿਆਂ ਨੂੰ ਮੰਗਾਇਆ, ਕਿਸੇ ਉਹ ਥਾਂ ਤੋਂ ਦੀ ਪੂਰੀ। ਸਾਈਂ ਮੀਆਂ ਮੀਰ ਜੀ ਨੂੰ ਨੇ ਬੁਲਾਇਆ। ਸਾਈਂ ਜੀ ਗਏ, ਉਹਨਾਂ ਕਿਹਾ ਵੀ ਰਾਜਨ ਇਹਦੇ ਸਵਾਸ ਪੂਰੇ ਹੋ ਚੁੱਕੇ ਨੇ, ਇਹਨੂੰ ਕੋਈ ਨਹੀਂ ਬਚਾ ਸਕਦਾ। ਰਾਜੇ ਨੇ ਫਿਰ ਦੁਹੱਥੜਾ ਮਾਰਿਆ ਵੀ ਕੋਈ ਵੀ ਨਹੀਂ। ਕਹਿੰਦੇ ਹਾਂ ਇੱਕ ਹੈ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਸਾਹਿਬ ਜੀ, ਬਾੜ ਸਾਹਿਬ ਰਹਿੰਦੇ ਨੇ, ਜੇ ਉਹ ਬਖਸ਼ਿਸ਼ ਕਰ ਦੇਣ ਤੇ ਸ਼ਾਇਦ ਇਹਦਾ ਕੋਈ ਬਚਾਅ ਹੋ ਜਾਵੇ। ਰਾਜੇ ਨੇ ਕਹਿੰਦੇ ਉਸੇ ਵੇਲੇ ਆਪਣੇ ਅਹਲਕਾਰਾਂ ਨੂੰ ਕਿਹਾ ਵੀ ਜਾਓ ਲੱਭ ਕੇ ਲਿਆਓ ਬਾਬਾ ਸ਼੍ਰੀ ਚੰਦ ਸਾਹਿਬ। ਇੱਕ ਹਾਥੀ ਜਿਹਾ ਅਸਵਾਰੀ ਵਾਸਤੇ ਵੀ ਹਾਥੀ ਤੇ ਚੜਾ ਕੇ ਲਿਆ। ਇਧਰੋਂ ਹਾਥੀ ਤੋੜ ਦਿੱਤਾ, ਉਧਰੋਂ ਮਨ ਚੋਂ ਹੰਕਾਰ ਦਾ ਹਾਥੀ ਫੇ ਪੈਦਾ ਹੋ। ਮਨਾ ਇਹੋ ਜਿਹਾ ਕੋਈ ਰਾਜਾ ਨਹੀਂ ਹੋਣਾ ਜਿਹੜਾ ਸਾਧੂ ਨੂੰ ਹਾਥੀ ਤੇ ਚੜਾ ਕੇ ਲਿਆਵੇ। ਰਾਜੇ ਮਹਾਰਾਜੇ ਦੇ ਚੜ੍ਹਦੇ ਵੇਖੇ, ਸਾਧੂ ਕਿੱਥੇ ਚੜ੍ਹੇਗਾ। ਬਾਬਾ ਸ਼੍ਰੀ ਚੰਦ ਜੀ ਦੇ ਕੋਲ ਪੁੱਛਦੇ ਪੁਛਾਉਂਦੇ ਸਿਪਾਹੀ ਚਲੇ ਗਏ। ਕਹਿਣ ਲੱਗੇ ਵੀ ਰਾਜੇ ਨੇ ਬੁਲਾਇਆ, ਆ ਹਾਥੀ ਤੁਹਾਡੇ ਲਈ ਭੇਜਿਆ। ਤੇ ਬਾਬਾ ਜੀ ਕਹਿਣ ਲੱਗੇ ਵੀ ਨਹੀਂ ਭਾਈ, ਇਹ ਹਾਥੀ ਸਾਡੀ ਅਸਵਾਰੀ ਨਹੀਂ ਕਰ ਸਕਦਾ। ਵੇਖ ਲਿਆ ਨਾ ਵੀ ਰਾਜੇ ਨੂੰ ਮਾਣ ਆ ਗਿਆ ਹੈ ਵੀ ਐਡੇ ਮਾਣ ਸਤਿਕਾਰ ਨਾਲ ਉੱਚੇ ਹਾਥੀਆਂ ਤੇ ਗੱਦੀਆਂ ਲਾ ਕੇ ਕਿਹਨੇ ਲਿਆਉਣਾ। ਬਾਬਾ ਕਹਿਣ ਲੱਗੇ ਵੀ ਨਹੀਂ ਸਿਪਾਹੀਓ, ਇਹ ਸਾਡੀ ਅਸਵਾਰੀ ਨਹੀਂ ਕਰ ਸਕਦਾ, ਨਹੀਂ ਝੱਲ ਸਕਦਾ ਸਾਡਾ ਭਾਰ। ਕਹਿਣ ਲੱਗੇ ਨਹੀਂ ਬਾਬਾ ਜੀ ਤੁਸੀਂ ਬੈਠੋ ਸਹੀ, ਇੱਕ ਵਾਰੀ ਚੱਲਦੇ। ਬਾਬਾ ਜੀ ਕਹਿੰਦੇ ਚਲੋ ਜੇ ਤੁਹਾਡਾ ਮਨ ਨਹੀਂ ਮੰਨਦਾ ਤੇ ਸਾਡੀ ਕੰਬਲੀ ਰੱਖ ਲਓ। ਮੋਢੇ ਤੇ ਕੰਬਲੀ ਰੱਖੀ ਸੀ, ਉਹ ਹਾਥੀ ਤੇ ਰੱਖ ਦਿੱਤੀ। ਹਾਥੀ ਗੁਰੂ ਖਾਲਸਾ ਜੀ 10 ਕਦਮ ਨਹੀਂ ਚੱਲਿਆ ਤੇ ਹਾਥੀ ਦੀਆਂ ਡਾਢਾਂ ਨਿਕਲ ਗਈਆਂ। ਹਾਥੀ ਕੋ ਤੁਰਿਆ ਨਾ ਜਾਏ, ਮਹਾਵਤ ਬਲ ਲਾ ਕੇ ਹਟ ਗਿਆ। ਬਾਬਾ ਸ਼੍ਰੀ ਚੰਦ ਜੀ ਨੇ ਕੰਬਲੀ ਚੁੱਕੀ ਤੇ ਹਾਥੀ ਚੰਗਾ ਭਲਾ ਤੁਰ ਪਿਆ। ਕਹਿਣ ਲੱਗੇ ਵੀ ਤੁਸੀਂ ਜਾਓ, ਅਸੀਂ ਆ ਜਾਵਾਂਗੇ। ਉਹ ਗੁਰੂ ਖਾਲਸਾ ਜੀ ਖਾਲੀ ਹਾਥੀ ਲਾ ਕੇ ਮੁੜ ਆਏ। ਇਧਰੋਂ ਰਾਜੇ ਦਾ ਪੁੱਤ ਚੜਾਈ ਕਰ ਗਿਆ। ਬਾਬਾ ਸ਼੍ਰੀ ਚੰਦ ਸਾਹਿਬ ਜੀ ਆਏ ਤੇ ਰਾਜਾ ਰੋ ਰਿਹਾ ਸੀ। ਕਹਿੰਦਾ ਹੁਣ ਕੀ ਫਾਇਦਾ ਆਉਣ ਦਾ, ਜਿਹਨੇ ਮਰਨਾ ਸੀ ਉਹਦੇ ਮਰ ਗਿਆ। ਤੇ ਬਾਬਾ ਸ਼੍ਰੀ ਚੰਦ ਜੀ ਹੱਸ ਕੇ ਕਹਿਣ ਲੱਗੇ ਕੌਣ ਮਰ ਗਿਆ? ਕੋਈ ਨਹੀਂ ਮਰਿਆ। ਕਹਿੰਦਾ ਹੁਣ ਕੀ ਫਾਇਦਾ ਆਉਣ ਦਾ, ਜਿਹਨੇ ਮਰਨਾ ਸੀ ਉਹਦੇ ਮਰ ਗਿਆ। ਬਾਬਾ ਜੀ ਕਹਿੰਦੇ ਕੌਣ ਮਰਿਆ? ਕਹਿ ਲੱਗੇ ਮਰਿਆ ਥੋੜਾ ਏ। ਜ਼ਿਕਰ ਆਉਂਦਾ ਵੀ ਉਹਨਾਂ ਜੜਾਵਾਂ ਗੁਰੂ ਖਾਲਸਾ ਜੀ ਹਿਲਾਈਆਂ, ਜਲ ਦੇ ਛਿੱਟੇ ਮਾਰੇ, ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਤੇ ਉਹ ਬੱਚਾ ਉੱਠ ਕੇ ਖੜਾ ਹੋ ਗਿਆ। ਤੇ ਰਾਜੇ ਨੇ ਕਿਹਾ ਵੀ ਜੇ ਇਦਾਂ ਹੀ ਕਰਨਾ ਸੀ ਤੇ ਪਹਿਲਾਂ ਕਰ ਦਿੰਦੇ, ਉਹ ਮਾਰਨਾ ਕਿਉਂ ਸੀ? ਕਹਿਣ ਲੱਗੇ ਸਾਈਂ ਜੀ ਅਰਦਾਸ ਤੇ ਤੁਹਾਡੀ ਉਦੋਂ ਹੀ ਪੂਰੀ ਹੋ ਗਈ ਸੀ ਜਦੋਂ ਕਿਹਾ ਸੀ ਵੀ ਸ਼੍ਰੀ ਚੰਦ ਹੈਗਾ ਗੁਰੂ ਨਾਨਕ ਦਾ ਲਾਇਕ ਪੁੱਤਰ।
ਪਰ ਕਹਿੰਦੇ ਰਾਜੇ ਦਾ ਮਾਣ ਵੀ ਤੋੜਨਾ ਸੀ। ਇਹਦੀ ਜਿੰਨੀ ਲਿਖੀ ਸੀ ਉਹ ਅਸੀਂ ਭੁਗਤਾ ਦਿੱਤੀ ਆ, ਕੋਲੋਂ ਦੇ ਕੇ ਇਹਨੂੰ ਜਿਉਂਦਿਆਂ ਕੀਤਾ ਹੈ। ਐਸੇ ਮਹਾਂਪੁਰਖ ਬਾਬਾ ਸ਼੍ਰੀ ਚੰਦ ਸਾਹਿਬ ਜੀ ਹੋਏ ਨੇ। ਅੱਜ ਉਹਨਾਂ ਦਾ ਗੁਰੂ ਖਾਲਸਾ ਜੀ ਪੁਰਬ ਮਨਾਇਆ ਗਿਆ ਹੈ। ਸਮੂਹ ਸੰਗਤਾਂ ਲੱਖ ਲੱਖ ਵਧਾਈਆਂ ਹੋਵਣ। ਉਦਾਸੀ ਸੰਪਰਦਾ ਦੇ ਮੋਢੀ ਹੋਏ ਨੇ, ਗਰੀਬ ਨੂੰ ਦਇਆ ਕਰਨ। ਸੋ ਸ਼੍ਰੀ ਸੁਖਮਨੀ ਸਾਹਿਬ ਜੀ ਦੀ 8ਵੀਂ ਅਸ਼ਟਪਦੀ ਦੀ ਪ੍ਰਾਰੰਭਤਾ ਹੋਈ ਹੈ। ਪਹਿਲਾ ਪਦਾ ਸੰਪੂਰਨ ਹੋਇਆ ਹੈ, ਅੱਗੇ ਦੂਜਾ ਆਵੇਗਾ। ਵਹੀ ਭੁੱਲ ਚੁੱਕ ਦੀ ਖਿਮਾ। ਸਤਿਕਾਰਯੋਗ ਬਾਬਾ ਗੁਰਵਿੰਦਰ ਸਿੰਘ ਜੀ ਵਿਦਿਆ ਦਾਤੇ ਨੰਗਲੀ ਵਾਲੇ ਮਹਾਂਪੁਰਖ, ਉਹਨਾਂ ਨੇ ਹਾਜ਼ਰੀ ਭਰਨੀ ਸੀ, ਉਹ ਕਿਤੇ ਗਏ ਹੋਏ ਨੇ, ਇਸ ਕਰਕੇ ਉਹਨਾਂ ਦਾਸ ਨੂੰ ਨਵਾਜਿਆ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕੋਟਨ ਕੋਟਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਸਮੂਹ ਸੰਗਤਾਂ ਨੂੰ, ਵਿਦਿਆਰਥੀ ਸਿੰਘਾਂ ਨੂੰ ਇਹ ਸੇਵਾ ਕਰਨ ਦਾ ਬਲ ਬਖਸ਼ਿਸ਼ ਕੀਤਾ ਹੈ। ਗਰੀਬ ਨੂੰ ਦਇਆ ਕਰਨ, ਇਤਨੀ ਕੁ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨਾ ਜੀ। ਹੋਈ ਭੁੱਲ ਚੁੱਕ ਦੀ ਖਿਮਾ। ਅਸੀਸ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।